ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜੁਨ ਵਿਘਨ ਕੇ ਨਾਸਕ, ਵਿਘਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੋਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਾਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦਾ ਵਾਰ ਵਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਪਠਿਓ ਆਪ ਢਿਗ ਮੈਂ ਚੱਲ ਆਇਓ। ਦੇਹੁ ਦਰਸ਼ਨ ਕੋ ਬਿਰਦ ਕਿਰਪਾਲ, ਸੁਨ ਸ੍ਰੀ ਅਰਜਨ ਬਾਕ ਬਖਾਨੇ। ਹਮ ਇਸ ਹਿਤ ਆਏ ਮਗ ਚਾਲ, ਪਠਿਓ ਆਪ ਢਿਗ ਮੈਂ ਚੱਲ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਚੌਰ ਛਤਰ ਤਖਤ ਤੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਮਿਹਰਮਤ ਕਰਕੇ ਸਾਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਅਮੋਲਕ ਸ਼ਾਮ ਦੇ ਦੀਵਾਨ ਦੀਆਂ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਸਤਿਗੁਰੂ ਕੇ ਬਖਸ਼ੇ ਹੋਏ ਗੁਰੂ ਕੇ ਕੀਰਤਨੀय ਸਿੰਘਾਂ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਨੂੰ ਸਰਵਣ ਕੀਤਾ ਹੈ।
ਉਪਰੰਤ ਗੁਰੂ ਕੇ ਪਿਆਰਿਓ ਲੜੀਦਾਰ ਜੋ ਇਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਪ੍ਰਤੱਖ ਹਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹਾਦਤ ਦਾ ਪ੍ਰਸੰਗ ਜੋ ਆਰੰਭ ਹੋ ਚੁੱਕਾ ਹੈ, ਉਸ ਵਿੱਚੋਂ ਆਰੰਭਕ ਤੁਕਾਂ ਇਹ ਸਰਵਣ ਕੀਤੀਆਂ ਨੇ ਅੱਜ ਦੇ ਪ੍ਰਸੰਗ ਦੀਆਂ। ਮੈਂ ਬੇਨਤੀ ਕਰਾਂ, ਕੁਝ ਕੁ ਦਿਨਾਂ ਤੋਂ ਜੋ ਪ੍ਰਸੰਗ ਚੱਲਦਾ ਆ ਰਿਹਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਹਾਂਗੀਰ ਵੱਲੋਂ ਸੱਦਾ ਆਇਆ, ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਰਵਾਨਾ ਹੁੰਦੇ ਨੇ। ਮਹਾਰਾਜ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਅਰਦਾਸ ਕੀਤੀ। ਉਸ ਤੋਂ ਉਪਰੰਤ ਪਿਆਰਿਓ ਤੁਰ ਪਏ ਨੇ ਲਾਹੌਰ ਦੇ ਰਸਤੇ ਵੱਲ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੁਰਗੱਦੀ ਬਖਸ਼ ਕੇ ਚੱਲੇ ਨੇ ਅਤੇ ਇਹ ਕਹਿ ਗਏ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਵਿੱਚ ਆਪ ਜੀ ਨੇ ਰਹਿਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਲਾਹੌਰ ਪਹੁੰਚਦੇ ਨੇ। ਲਾਹੌਰ ਦੇ ਵਿੱਚ ਭਾਈ ਸੱਧੂ ਜੀ ਦਿਲੋਂ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀਆਂ ਕਰਦਾ ਪਿਆ ਹੈ। ਭਾਈ ਸੱਧੂ ਦੇ ਗ੍ਰਹਿ ਨੂੰ ਭਾਗ ਲਾਉਂਦੇ ਨੇ ਸੱਚੇ ਪਾਤਸ਼ਾਹ। ਉੱਥੇ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਇੱਕ ਦਿਨ ਆਪਣੀ ਪਾਲਕੀ ਮੰਗਵਾ ਕੇ ਉਸ ਖਾਸੇ ਦੇ ਵਿੱਚ, ਜੋ ਪਾਲਕੀ ਤੋਂ ਥੋੜੀ ਵੱਡੀ ਹੁੰਦੀ ਹੈ, ਉਸ ਖਾਸੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਰਾਵੀ ਦੇ ਕੰਢੇ ਤੇ ਪਹੁੰਚਦੇ ਆ। ਰਾਵੀ ਦੇ ਕੰਢੇ ਜਦੋਂ ਮਹਾਰਾਜ ਜੀ ਪਹੁੰਚਦੇ ਆ, ਨਾਲ ਸੰਗਤਾਂ ਸ਼ਬਦ ਗਾਉਂਦੀਆਂ ਨੇ, ਬਹੁਤ ਭੀੜ ਹੈ। ਉਸ ਵੇਲੇ ਚੰਦੂ ਪਾਪੀ ਜਿਹੜਾ ਉਹ ਵੀ ਰਾਵੀ ਦੇ ਕੰਢੇ ਤੇ ਤੁਰਿਆ ਹੁੰਦਾ ਸੀ। ਚੰਦੂ ਨੇ ਦੇਖਿਆ ਕਿ ਕੋਈ ਇੱਕ ਪਾਲਕੀ ਸਾਹਿਬ ਜਾ ਰਹੀ ਹੈ। ਉਸ ਪਾਲਕੀ ਦੇ ਨਾਲ ਬਹੁਤ ਸਾਰੇ ਮਨੁੱਖ ਜਿਹੜੇ ਆ ਉਹ ਆਪਣੀ ਰਸਨਾ ਨਾਲ ਕੁਝ ਗਾਉਂਦੇ ਹੌਲੀ ਹੌਲੀ ਤੁਰਦੇ ਆ ਰਹੇ ਨੇ। ਉਸ ਵੇਲੇ ਚੰਦੂ ਨੇ ਜਾ ਕੇ ਆਪਣੇ ਇੱਕ ਸਿਪਾਹੀ ਨੂੰ ਭੇਜਿਆ, ਪਤਾ ਕਰੋ ਇਹ ਕੌਣ ਹੈ। ਚੰਦੂ ਨੇ ਆਖਿਆ ਕਿ ਮੇਰੇ ਕੋਲ ਦੀ ਪਾਲਕੀ ਲੰਘ ਗਈ ਹੈ, ਨਾ ਮੈਨੂੰ ਮੱਥਾ ਟੇਕਿਆ, ਨਾ ਮੈਨੂੰ ਸਲਾਮ ਆਖਿਆ, ਨਾ ਮੇਰੇ ਅੱਗੇ ਝੁਕਿਆ। ਇਹ ਕੌਣ ਹੈ ਪਾਲਕੀ ਲੈ ਕੇ ਜਾ ਰਿਹਾ? ਜਹਾਂਗੀਰ ਦਾ ਤਾਂ ਬੰਦਾ ਕੋਈ ਹੋ ਨਹੀਂ ਸਕਦਾ, ਕਿਉਂਕਿ ਜੇ ਇਹ ਕੋਈ ਝੂਠੇ ਪਾਤਸ਼ਾਹ, ਜਿਹੜੇ ਝੂਠੇ ਬਾਦਸ਼ਾਹ ਨੇ, ਕੋਈ ਉਹਦਾ ਹੁੰਦਾ ਇਹ ਅਹਿਲਕਾਰ ਜਾਂ ਟਹਿਲਕਾਰ, ਉਹ ਜਾਂਦਾ ਹੁੰਦਾ ਅੱਗੇ ਨਹੀਂ ਝੁਕਿਆ। ਤੇ ਮੈਂ ਬੇਨਤੀ ਕਰਾਂ, ਹੰਕਾਰੀ ਬੰਦਾ ਅਕਸਰ ਇਹੀ ਸੋਚਦਾ ਹੈ ਕਿ ਮੇਰੇ ਅੱਗੇ ਝੁਕਦੇ ਜਿਹੜੇ ਉਹੀ ਹੋਣੇ, ਬਾਕੀ ਸਾਰੀ ਦੁਨੀਆ ਜਿਹੜੀ ਆ ਉਹ ਐਵੇਂ ਹੀ ਤੁਰੀ ਫਿਰਦੀ। ਇਹ ਹੰਕਾਰੀ ਦੇ ਲੱਛਣ ਹੁੰਦੇ ਆ। ਚੰਦੂ ਨੇ ਇਹੀ ਸੋਚਿਆ ਕਿ ਜਿਨ੍ਹਾਂ ਨੇ ਮੇਰੇ ਅੱਗੇ ਨਹੀਂ ਝੁਕ ਕੇ ਸਲਾਮ ਕੀਤੀ, ਇਹ ਹੁੰਦੇ ਕੌਣ ਨੇ ਤੁਰੇ ਜਾਣ ਵਾਲੇ। ਉਸ ਵੇਲੇ ਆਪਣਾ ਇੱਕ ਨੌਕਰ ਭੇਜਿਆ। ਉਹ ਨੌਕਰ ਪਹੁੰਚਿਆ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਤੁਰੇ ਜਾ ਰਹੇ ਸੰਗਤਾਂ ਵਿੱਚੋਂ ਇੱਕ ਸਿੱਖ ਨੂੰ ਪੁੱਛਿਆ, ਹੇ ਭਾਈ ਸਿੱਖਾ, ਇਹ ਕੌਣ ਜਾ ਰਹੇ ਆ? ਉਸ ਵੇਲੇ ਉਸ ਸਿੱਖ ਨੇ ਆਖਿਆ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਜਾ ਰਹੇ ਨੇ। ਚੰਦੂ ਦੇ ਕੋਲ ਜਦੋਂ ਖਬਰ ਪਹੁੰਚੀ, ਚੰਦੂ ਨੂੰ ਅੱਗ ਲੱਗ ਗਈ। ਚੰਦੂ ਨੇ ਉਸੇ ਵੇਲੇ ਜਹਾਂਗੀਰ ਵੱਲ ਨੂੰ ਰੁਖ ਕੀਤਾ। ਜਹਾਂਗੀਰ ਦੇ ਦਰਬਾਰ 'ਚ ਪਹੁੰਚਿਆ। ਕਹਿੰਦਾ, ਬਾਦਸ਼ਾਹ ਗੁਰੂ ਅਰਜਨ ਦੇਵ ਸਿੱਖਾਂ ਦੇ ਇਹ 5ਵੇਂ ਗੁਰੂ ਜਿਹੜੇ ਆ, ਇਹ ਲਾਹੌਰ ਚੱਲ ਕੇ ਵੀ ਪਹੁੰਚ ਚੁੱਕੇ ਨੇ, ਪਰ ਦੇਖੋ ਇਹਨਾਂ ਦੀ ਗੁਸਤਾਖੀ, ਹਾਲੇ ਤੱਕ ਉਹ ਆਪ ਜੀ ਕੋਲ ਪਹੁੰਚੇ ਨਹੀਂ। ਇਹਨਾਂ ਨੂੰ ਕੁਝ ਕੁ ਦਿਨ ਹੋ ਗਏ ਨੇ, ਪਰ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ। ਫਿਰ ਪਿਆਰਿਓ ਆਪਣੀ ਜ਼ਹਿਰ ਇਹ ਫੇਰ ਬੋਲਣ ਲੱਗਾ, ਬਾਦਸ਼ਾਹ ਦੇਖੋ ਇਹਨਾਂ ਦੀ ਸੰਗਤ ਵਿੱਚ ਚੋਰ ਵਸਦੇ ਨੇ। ਬਾਦਸ਼ਾਹ ਦੇਖੋ ਇਹਨਾਂ ਨੇ ਆਪਣੇ ਗ੍ਰੰਥ ਦੇ ਵਿੱਚ ਮੁਹੰਮਦ ਸਾਹਿਬ ਤੇ ਇਸਲਾਮ ਦੀ ਤੌਹੀਨ ਕੀਤੀ ਹੈ। ਬਾਦਸ਼ਾਹ ਦੇਖੋ ਇਹਨਾਂ ਨੇ ਖੁਸਰੋ ਨੂੰ, ਜੋ ਤੁਹਾਡੇ ਘਰੋਂ ਬਾਗੀ ਆ, ਉਹਨਾਂ ਨੂੰ ਪਨਾਹ ਦਿੱਤੀ ਹੈ। ਬਾਦਸ਼ਾਹ ਦੇਖੋ ਇਹਨਾਂ ਨੇ ਆਪਣੇ ਵੱਡੇ ਭਰਾ ਦਾ ਹੱਕ ਮੱਲਿਆ ਹੋਇਆ ਹੈ। ਬਾਦਸ਼ਾਹ ਦੇਖੋ ਇਹ ਮੁਸਲਮਾਨਾਂ ਨੂੰ ਵੀ ਕਾਫਰ ਬਣਾਈ ਜਾ ਰਹੇ ਆ। ਜਹਾਂਗੀਰ ਅੱਗੇ ਤਵਸਬ ਦੀ ਅੱਗ ਦੇ ਵਿੱਚ ਜੜਦਾ ਤੇ ਸੜਦਾ ਤੇ ਬਲਦਾ ਸੀ, ਤੇ ਉਸ ਵੇਲੇ ਜਹਾਂਗੀਰ ਨੇ ਆਰਡਰ ਦਿੱਤਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਵੀ ਨੇ, ਉਹਨਾਂ ਦੇ ਕੋਲ ਇੱਕ ਅਹਿਲਕਾਰ ਆਪਣਾ ਭੇਜਿਆ ਜਾਵੇ। ਉਸ ਵੇਲੇ ਪਿਆਰਿਓ ਜਹਾਂਗੀਰ ਦਾ ਇੱਕ ਹਕੀਮ ਹੁੰਦਾ ਸੀ, ਜਿਹਦਾ ਨਾਮ ਸੀ ਵਜ਼ੀਰ ਖਾਨ। ਇਹ ਵਜੀਦ ਖਾਨ ਨਹੀਂ, 10ਵੇਂ ਪਾਤਸ਼ਾਹ ਵੇਲੇ ਵਾਲਾ ਨਹੀਂ। ਇਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਜਹਾਂਗੀਰ ਦਾ ਖੁਦ ਆਪਣਾ ਪਰਸਨਲ ਫਿਜ਼ੀਸ਼ੀਅਨ ਜਿਹਨੂੰ ਕਹਿੰਦੇ ਆ, ਜਹਾਂਗੀਰ ਦਾ ਆਪਣਾ ਵੈਦ ਹੁੰਦਾ ਸੀ।
ਤੇ ਇਹ ਪਿਆਰਿਓ ਗੁਰੂ ਨਾਨਕ ਦੇ ਘਰ ਦਾ ਭੌਰਾ ਸੀ। ਕਿਉਂ? ਇੱਕ ਦਿਨ ਗੁਰੂ ਕੇ ਪਿਆਰਿਓ ਇਸ ਵਜ਼ੀਰ ਖਾਨ ਨੂੰ ਜਲੋਦਰ ਦਾ ਰੋਗ ਹੋ ਗਿਆ। ਇੰਗਲਿਸ਼ ਦੇ ਵਿੱਚ ਇਸ ਰੋਗ ਨੂੰ ਡ੍ਰੋਪਸੀ ਕਹਿੰਦੇ ਆ। ਢਿੱਡ ਦੇ ਵਿੱਚ ਪਾਣੀ ਭਰਦਾ ਜਾਂਦਾ ਹੈ, ਬਹੁਤ ਤਕਲੀਫ ਹੁੰਦੀ ਆ। ਤੇ ਹੈ ਸੀ ਇਹ ਹਕੀਮ ਲਾ ਲਿਆ ਛੋਟੇ ਜਿਹੜੇ ਅੱਗੇ ਇਸ ਤੋਂ ਪੜ੍ਹੇ ਸੀ, ਪਰ ਇਹਦਾ ਜਲੋਦਰ ਦਾ ਰੋਗ ਜਿਹੜਾ ਦੂਰ ਨਹੀਂ ਹੋ ਸਕਿਆ। ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਸਿੱਖ ਤੁਰਿਆ ਜਾ ਰਿਹਾ ਸੀ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਉਹ ਪੜ੍ਹਦਾ ਜਾ ਰਿਹਾ ਸੀ ਸੁਖਮਨੀ ਸਾਹਿਬ ਜੀ ਦੀਆਂ ਪੰਕਤੀਆਂ, ਤੇ ਇਸ ਤੋਂ ਦੋ ਗੱਲਾਂ ਸਿੱਧ ਹੁੰਦੀਆਂ ਨੇ। ਪਹਿਲੀ ਗੱਲ ਕਿ ਪ੍ਰਾਤਨ ਸਿੱਖਾਂ ਨੂੰ ਬਾਣੀ ਕਿਤਨੀ ਕੰਠ ਹੁੰਦੀ ਸੀ। ਸੁਖਮਨੀ ਸਾਹਿਬ ਕੰਠੋਂ ਪੜ੍ਹਿਆ ਸੀ ਗੁਰੂ ਕਾ ਸਿੱਖ, ਕੰਠੋਂ ਉੱਚੀ ਉੱਚੀ ਪੜ੍ਹਦਾ ਜਾ ਰਿਹਾ। ਦੂਜੀ ਗੱਲ ਕਿ ਸਿੱਖ ਜਿਹੜੇ ਆ ਉਹ ਬਾਣੀ ਬੜੇ ਉਤਸ਼ਾਹ ਨਾਲ ਉੱਚੀ ਉੱਚੀ ਪੜ੍ਹਦੇ ਜਾਂਦੇ ਸੀ। ਖੈਰ, ਸਿੱਖ ਗਾਉਂਦਾ ਜਾਂਦਾ ਸੁਖਮਨੀ ਦਾ ਪਾਠ। ਵਜ਼ੀਰ ਖਾਂ ਦੇ ਕੰਨਾਂ 'ਚ ਜਦੋਂ ਇਹ ਆਵਾਜ਼ ਪਈ, ਤੇ ਸੱਚੀ ਗੱਲ ਹੈ ਪਿਆਰਿਓ, ਇਹ ਦੁੱਖਾਂ ਰੋਗਾਂ ਨੂੰ ਕੱਟਣ ਵਾਲੀ ਗੁਰੂ ਕੀ ਬਾਣੀ ਹੈ। ਜਿਹੜਾ ਸੁਣਦਾ ਆ ਉਹਦੇ ਉੱਤੇ ਬਖਸ਼ਿਸ਼ਾਂ ਆਉਂਦੀਆਂ ਨੇ। ਅਸੀਂ ਪੜ੍ਹਦੇ ਆ ਨਾ, ਅਨੰਦ ਸੁਨੋਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੱਚੀ ਬਾਣੀ ਸੁਖਮਨੀ ਸਾਹਿਬ ਜੀ ਦਾ ਪਾਵਨ ਪਵਿੱਤਰ ਪਾਠ ਜਦੋਂ ਇਹਦੇ ਕੰਨਾਂ ਵਿੱਚ ਪਿਆ, ਉਸ ਵੇਲੇ ਗੁਰੂ ਕੇ ਪਿਆਰਿਓ ਜਿਹੜਾ ਦਿਨ ਰਾਤ ਹਾਏ ਹਾਏ ਕਰਦਾ ਸੀ, ਜਿਹਨੂੰ ਰਾਤ ਨੂੰ ਸੁਪਨੇ ਵਿੱਚ ਵੀ ਨੀਂਦ ਨਹੀਂ ਸੀ ਆਉਂਦੀ, ਗੁਰੂ ਕੇ ਪਿਆਰਿਓ ਸੱਚੀ ਗੱਲ ਹੈ ਵਜ਼ੀਰ ਖਾਨ ਨੂੰ ਉਸ ਵੇਲੇ ਇੱਕਦਮ ਸਾਰਾ ਸਰੀਰ ਠੰਡਾ ਤੇ ਇੱਕਦਮ ਹਲਕਾ ਹੋ ਗਿਆ। ਉਸ ਸਿੱਖ ਨੂੰ ਕੋਲ ਬੁਲਾਇਆ। ਵਜ਼ੀਰ ਖਾਨ ਨੇ ਆਖਿਆ, ਇਹ ਕਿਹਦੀ ਕਲਾਮ ਪੜ੍ਹਦਾ ਪਿਆ? ਇਹ ਕਿਹੜੇ ਬਚਨ ਨੇ? ਇਹ ਕਿਸ ਪੀਰ ਦੀ ਕਲਾਮ ਹੈ? ਉਸ ਸਿੱਖ ਨੇ ਆਖਿਆ, ਇਹ ਦੀਨ ਦੁਨੀਆ ਦੇ ਸ਼ਹਿਨਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੀ ਸੁਖਮਣੀ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਜਦੋਂ ਇਹ ਸੁਣਿਆ ਤੇ ਵਜ਼ੀਰ ਖਾਨ ਨੇ ਆਖਿਆ, ਜਿਨ੍ਹਾਂ ਦੀ ਬਾਣੀ ਸੁਣ ਕੇ ਮੇਰੇ ਇਸ ਰੋਗ ਨੂੰ ਇੱਕਦਮ ਮੈਂ ਅੰਦਰੋਂ ਠੰਡਾ ਠਾਰ ਹੋ ਗਿਆ, ਰੋਗ ਦਾ ਦੁੱਖ ਕੱਟਿਆ ਗਿਆ, ਉਸ ਪੰਜਵੇਂ ਪਾਤਸ਼ਾਹ ਦੇ ਮੈਨੂੰ ਦਰਸ਼ਨ ਜ਼ਰੂਰ ਕਰਾਉਣਾ। ਤੇ ਮੈਂ ਬੇਨਤੀ ਕਰਾਂ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨਿਤਨੇਮੀ ਹੋ ਗਿਆ ਸੀ ਵਜ਼ੀਰ ਖਾਨ। ਗੁਰੂ ਸਾਹਿਬ ਜੀ ਕੋਲ ਪਹੁੰਚਣ ਤੋਂ ਪਹਿਲਾਂ ਰੋਜ਼ ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਹ ਆਪਣੀ ਨਮਾਜ਼ ਇਹ ਬਾਕੀ ਦੀਆਂ ਚੀਜ਼ਾਂ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਨੇਮ ਨਾਲ ਕਰਦਾ ਸੀ। ਤੇ ਸੱਚੀ ਗੱਲ ਹੈ, ਇਹਦਾ ਰੋਗ ਕੱਟਿਆ ਗਿਆ ਸੀ, ਪਰ ਢਿੱਡ ਦੇ ਵਿੱਚ ਜਿਹੜਾ ਪਾਣੀ ਉਹ ਭਰਿਆ ਰਹਿ ਗਿਆ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਪਹੁੰਚਿਆ। ਸਤਿਗੁਰੂ ਜੀ ਇਹਦੇ ਅੱਗੇ ਦੋ ਹੱਥ ਜੋੜੇ, ਕਹਿੰਦਾ, ਪਾਤਸ਼ਾਹ ਆਪ ਜੀ ਦੀ ਬਾਣੀ ਸੁਣ ਕੇ ਮੇਰਾ ਰੋਗ ਜਿਹੜਾ ਕੱਟਿਆ ਗਿਆ, ਪਰ ਢਿੱਡ ਦੇ ਵਿੱਚ ਜਿਹੜਾ ਪਾਣੀ ਆ ਉਹ ਹਜੇ ਭਰਿਆ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਇਹ ਮਹਾਰਾਜ ਜੀ ਨੇ ਕੌਤਕ ਫੇਰ ਵਰਤਾਇਆ। ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਗੁਰੂ ਕੇ ਪਿਆਰਿਓ ਕਾਰ ਸੇਵਾ ਕਰਾਉਂਦੇ ਪਏ ਸੀ। ਜਿੱਥੇ ਹੁਣ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਹੈ ਨਾ ਪਿਆਰਿਓ, ਉਸ ਅਸਥਾਨ ਤੇ ਬੈਠ ਕੇ ਤੇ ਬਾਬਾ ਜੀ ਸਾਰੀ ਨਿਗਰਾਨੀ ਕਰਦੇ ਹੁੰਦੇ ਸੀ। ਤੇ ਮੈਂ ਬੇਨਤੀ ਕਰਾਂ, ਬਾਬਾ ਠਾਕਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਜੋ ਮੁਖੀ ਨੇ, ਬਾਬਾ ਠਾਕਰ ਸਿੰਘ ਜੀ ਸੱਚਖੰਡ ਵਾਸੀ, ਉਹ ਉਸ ਅਸਥਾਨ ਤੇ ਖਾਸ ਕਰਕੇ ਸਿੰਘਾਂ ਨੂੰ ਕਹਿੰਦੇ ਸੀ, ਸਿੰਘੋ ਇਸ ਅਸਥਾਨ ਤੇ ਝੁਕ ਕੇ ਨਮਸਕਾਰ ਕਰੋ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੋਹੰਦਾ। ਇਸ ਅਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਆ। ਮੈਂ ਬੇਨਤੀ ਕਰਾਂ, ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਕਹਿੰਦੇ ਹੁੰਦੇ ਸੀ, ਇਸ ਬੇਰ ਦੀ ਛਾਂ ਥੱਲੇ ਬੈਠਿਆਂ ਬਾਬਾ ਬੁੱਢਾ ਸਾਹਿਬ ਜੀ ਦੀ ਛਾਂ ਮਿਲਦੀ ਹੈ। ਇਹ ਬੁੱਤ, ਇਹ ਕਿਸੇ ਦਰਖਤ ਦੀ ਪੂਜਾ ਨਹੀਂ। ਮੈਂ ਬੇਨਤੀ ਕਰਾਂ, ਦਰਖਤ ਲੱਖਾਂ ਲੱਗੇ ਹੋਇਆ ਸੰਸਾਰ ਦੇ ਅੰਦਰ। ਮੈਂ ਬੇਨਤੀ ਕਰਾਂ, ਇੱਟਾਂ ਜਿਹੜੀਆਂ ਨੇ ਉਹ ਸਾਰਿਆਂ ਦੇ ਘਰ ਜਿਹੜੇ, ਜਿਸ ਘਰ ਨਾਲ ਗੁਰਦੁਆਰਾ ਫਰੀਮੌਂਟ ਜਿਸ ਦੇ ਨਾਲ ਜਿਹੜੀਆਂ ਇੱਟਾਂ ਨਾਲ ਇਹ ਬਣਿਆ, ਤੁਹਾਡੇ ਘਰ ਵੀ ਇਹਨਾਂ ਇੱਟਾਂ ਨਾਲ ਬਣੇ ਆ, ਪਰ ਇਸ ਘਰ ਦੇ ਅੰਦਰ ਗੁਰੂ ਨਾਨਕ ਦਾ ਵਾਸਾ ਹੈ। ਇਹਦੀ ਮਿੱਟੀ ਚੁੱਕ ਕੇ ਅਸੀਂ ਮੱਥੇ ਨੂੰ ਲਾਉਂਦੇ। ਜਿੱਥੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਆ ਨਾ, ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਕਹਿੰਦੇ ਸੀ, ਉਸ ਸਥਾਨ ਤੋਂ ਹੁਣ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਦੀਆਂ ਤਰੰਗਾਂ ਮਿਲਦੀਆਂ ਨੇ। ਖੈਰ, ਇਹ ਵਜ਼ੀਰ ਖਾਨ ਪਹੁੰਚਿਆ ਹੈ। ਬਾਬਾ ਬੁੱਢਾ ਸਾਹਿਬ ਜੀ ਵੱਲ ਇਸ਼ਾਰਾ ਕੀਤਾ, ਕਹਿੰਦੇ, ਵਜ਼ੀਰ ਖਾਨ ਤੂੰ ਹਕੀਮ ਹੈ ਨਾ, ਸਾਡੇ ਘਰ ਅੰਦਰ ਵੀ ਇੱਕ ਵੈਦ ਆ, ਉਹ ਬਾਬਾ ਬੁੱਢਾ ਹੈ, ਗੁਰੂ ਨਾਨਕ ਦੇ ਘਰ ਦਾ ਵੈਦ। ਉਹ ਚੱਲ ਕੇ ਗਿਆ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ। ਬਾਬਾ ਜੀ ਕਾਰ ਸੇਵਾ ਕਰਾ ਰਹੇ ਸੀ। ਵਜ਼ੀਰ ਖਾਨ ਨੇ ਆਖਿਆ
कि मैनू धन गुरु अर्जन देव जी महाराज ने आप जी कोल सद्दिया है, आप जी कोल भेजिया है। बाबा बुढ़ा साहब जी कार सेवा च लगे हुए सी, कहंदे प्रेमिया आपां फेर बचन करांगे, कार सेवा च लगे हुए हैं। इन्हें 2 वारी बचन कीते, तीजी वारी जो बचन किया ना, बाबा बुढ़ा साहब जी के हाथ दे विच कार सेवा की टोकरी सी, वो टोकरी नूं वगा के इहदे ढिड नाल मारिया। प्यारो एकदम जदों वो वजी, एकदम इहदे अंदरों जिहड़ा पानी सी बाहर आ गया, बिल्कुल शरीर तंदुरुस्त हो गया। ये महापुरखों की बख्शिश हुंदी है प्यारो, अंदर दे रोग कट्टण वाले। खैर उस वेले गुरु के प्यारिओ शरदा पहला ही बड़ी सी गुरु नानक के घर ते, जदों बिल्कुल शरीर तंदुरुस्त हो गया, उस दिन तो ये सुखमनी साहब जी का नितनेम निता प्रति सवेरे शाम रोज करन। ये वजीर खान है, ये भी जहांगीर दे कोल है। उस वेले जहांगीर ने सोचा कि गुरु अर्जन देव जी के कोल किहनूं भेजिया जाए। उस वेले वजीर खान ने आख्या नाले दर्शन हो जाणगे सच्चे पातशाह जी दे, मैनू भेजो। 2 हाथ जोड़े। उस वेले गुरु के प्यारिओ जहांगीर ने इस वजीर खान नूं हुक्म दिता है कि तू चल के धन गुरु अर्जन देव जी नूं इत्थे आउण दा सद्दा देना है। आओ प्यारिओ अज दे प्रसंग अंदर वजीर खान जिहड़ा आ वो भाई सद्दू दे गृह विखे पहुंच गया है। 2 हाथ जोड़ के गुरु अर्जन देव जी अगे बेनतियां करदा है। जिवें वजीर खान बेनतियां करदा है, जिवें धन गुरु अर्जन साहब जी रहमता करदे आ, अज आपां सुणांगे। थोड़ा संखेप इहदा तर्जमा करके अगां लंघदे आ। Yesterday's prasang, the day before, we heard that Chandu is now standing in front of Jahangir. Chandu meets Guru Arjan Dev Ji and he starts slandering the Guru, and he persuades Jahangir to call Guru Arjan Dev Ji into his court. And in the court of Jahangir there was Jahangir's personal physician, his own doctor, whose name was Wazir Khan. Not Wajid Khan from the time of Dasme Padshah, Wazir Khan. Wazir Khan was the personal physician of Jahangir, the Emperor of India. And Wazir Khan was a Sikh of Guru Arjan. Why? Because he had a disease called dropsy. What happens with that disease is your stomach keeps filling up with water. It gets bigger and bigger. You're so much pain that you're in. You find it hard to sit down, to breathe, to eat. And he was in so much pain. One day he was crying out in his house, and a Sikh of Guru Arjan Dev Ji walked by singing Sukhamani Sahib. That proves 2 things. One, that we should sing Gurbani out loud. Singing Gurbani out loud, मैं बेनती करा, गुरबाणी दा पाठ जदों सिख उच्ची करदा ना जुबान दे नाल, ते सिखा तैनू नहीं पता ये गुरु अर्जन देव जी गुरु नानक दी बाणी जिहड़ी है किन्नियां दा भला कर जांदी। मुख विच पढ़दे आ वो भी ठीक है, कोई समा हुंदा है, पर जदों सिख गा के बाणी पढ़दा आ पता नहीं किन्नियां दा उधार हो जाता। ये सिख नहीं करदा पिया, ये गुरु वरतदा पिया। उस वेले ये गुरु बैठा ना रसना ते, जपजी साहब दी बाणी पढ़दे आ, ये अखर नहीं, ये गुरु नानक बैठे हुंदे आ। When you read Gurbani out loud, you do not know, even you don't understand how many people are getting blessed at that moment listening to Gurbani. Wazir Khan hears Gurbani being sung. All of a sudden, Wazir Khan feels this cool feeling running through his body. He'd been crying out day and night. Suddenly he feels like his pains have gone. He calls that Sikh close to him. He says, whose words are these? He says, these are the words of Guru Arjan. He travels to Guru Arjan Dev Ji. He says, Guruji, can you take away my bimari, my illness? Baba Buddha Sahib Ji was doing seva outside. Guru Arjan Dev Ji points to Baba Buddha Ji. They say, just like you are the doctor of Jahangir, the same way the doctor in Guru Nanak's house is Baba Buddha Ji. He travels to Baba Buddha Ji. He says, Baba Ji, take away my illness. Baba Ji says, I don't have time. I'm doing Kar Seva. He asks once, twice, 3 times. The 3rd time, Baba Ji gets a basket which they had in their hand. They hit it hard against his stomach. All of the water which was stuck inside him comes out. All of his disease goes and he becomes completely healthy. Wazir Khan from that day started reading Sukhmani Sahib every morning, every evening, all the time, anytime he could. And he was in Jahangir's court. Jahangir now has sent Wazir Khan to go and call Guru Arjan Dev Ji. That same Wazir Khan who used to sing Sukhmani Sahib, whose illness was taken away by Baba Buddha Ji, that same Wazir Khan is travelling to the Guru
ਆਓ ਪਿਆਰਿਓ, ਜਿਵੇਂ ਵਜ਼ੀਰ ਖਾਨ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਦਾ ਹੈ, ਕਵੀ ਸੰਤੋਖ ਸਿੰਘ ਜੀ ਦੇ ਮਨੋਹਰ ਬਚਨਾਂ ਰਾਹੀਂ ਸਰਵਣ ਕਰਨਾ ਕਰੀਏ ਜੀ। ਸਵਈਆ ਛੰਦ ਪਠਿਓ ਆਪ ਢਿਗ ਮੈਂ ਚੱਲ ਆਇਓ। ਉਸ ਵੇਲੇ ਵਜ਼ੀਰ ਖਾਨ ਕਹਿੰਦਾ ਹੈ, ਸੱਚੇ ਪਾਤਸ਼ਾਹ, ਗਲ ਵਿੱਚ ਪੱਲਾ ਪਾ ਕੇ 2 ਹੱਥ ਜੋੜ ਕੇ ਮੈਨੂੰ ਆਪ ਜਹਾਂਗੀਰ ਨੇ ਆਪ ਜੀ ਦੇ ਕੋਲ ਭੇਜਿਆ ਹੈ। ਸੱਚੇ ਪਾਤਸ਼ਾਹ ਜੀ, ਜਿਹੋ ਦਰਸ਼ਨ ਕੋ ਬਿਰਦ ਕਿਰਪਾਲ। ਆਪ ਜੀ ਕਿਰਪਾਲੂ ਹੋ ਸੱਚੇ ਪਾਤਸ਼ਾਹ, ਇਹ ਆਪ ਜੀ ਦਾ ਬਿਰਦ ਹੈ। ਆਪ ਜੀ ਕਿਰਪਾ ਕਰਕੇ ਦਰਸ਼ਨ ਦਿਦਾਰਿਆਂ ਦੀ ਦਾਤ ਬਖਸ਼ੋ। ਵਜ਼ੀਰ ਖਾਨ is asking ਧੰਨ ਗੁਰੂ ਅਰਜਨ ਦੇਵ ਜੀ to come to the court of ਜਹਾਂਗੀਰ। ਸੁਨ ਸ੍ਰੀ ਅਰਜਨ ਬਾਕ ਬਖਾਨੇ। ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ। ਹਮ ਇਸ ਹਿਤ ਆਏ ਮਗ ਚਾਲ। ਮਹਾਰਾਜ ਜੀ ਕਹਿੰਦੇ ਨੇ ਕਿ ਅਸੀਂ ਆਪ ਇਸ ਕਾਰਨ ਕਰਕੇ, ਅਸੀਂ ਆਪ ਇਸ ਕਾਰਜ ਨੂੰ ਕਰਨ ਵਾਸਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਦਰਬਾਰ ਸਾਹਿਬ ਦੇ ਅੰਦਰ ਅਰਦਾਸ ਕਰਕੇ ਲਾਹੌਰ ਦੀ ਧਰਤੀ ਤੇ ਆਏ ਹਾਂ। ਭਾਈ ਸੱਧੂ ਦੀਆਂ ਭਾਵਨਾ ਜਿਹੜੀਆਂ ਉਹਨਾਂ ਨੂੰ ਅਸੀਂ ਭਾਗ ਲਾਏ। ਹੁਣ ਇੱਕੋ ਇੱਕ ਨਿਸ਼ਾਨਾ ਰਹਿ ਗਿਆ ਹੈ, ਗੁਰੂ ਨਾਨਕ ਦਾ ਘਰ ਜਿਹੜਾ ਆ ਉਹਦੀ ਨੀਹਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਹੈ। ਉਹਦਾ ਕਲਸ਼ ਤਿਆਰ ਕਰਨਾ ਹੈ, ਕੁਰਬਾਨੀ ਦਾ ਆਪਣਾ ਖੂਨ, ਆਪਣਾ ਆਪਾ ਵਾਰ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਇਹ ਕੁਰਬਾਨੀ ਵਾਲਾ ਯੁੱਗ ਆਪਾ ਲਿਆਉਣਾ ਹੈ। ਮਹਾਰਾਜ ਜੀ says, I have traveled myself here because I am going to perform such a deed in the whole world until the end of time. The whole world will remember these days. ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਸੇ ਕੰਮ ਨੂੰ ਕਰਨ ਵਾਸਤੇ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਏ ਹਾਂ। ਕਰਤ ਪ੍ਰਤੀਖਨ ਸਮਾਂ ਸੋ ਪਹੁੰਚਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਸੀਂ ਪ੍ਰਤੀਕਸ਼ਾ ਕਰਦੇ ਪਏ ਸੀ, ਉਡੀਕਦੇ ਪਏ ਸੀ ਕਦੋਂ ਸੁਭਾਗੀ ਘੜੀ ਆਵੇ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਆਪਣੀ ਜ਼ਿੰਦਗੀ ਕੁਰਬਾਨ ਕਰਨੀ ਹੈ। ਹਿਮ ਕਹੇ ਭਏ ਤਿਆਰ ਤਿਸ ਨਾਲ। ਇਸ ਤਰ੍ਹਾਂ ਕਹਿ ਕੇ ਧੰਨ ਗੁਰੂ ਅਰਜਨ ਦੇਵ ਜੀ ਵਜ਼ੀਰ ਖਾਨ ਨਾਲ ਜਾਣ ਲਈ ਤਿਆਰ ਹੋ ਗਏ ਨੇ। ਪਾਤਸ਼ਾਹ ਚੜ ਖਾਸੇ ਪਰ ਗਮਨੇ ਸਤਿਗੁਰ। ਸੱਚੇ ਪਾਤਸ਼ਾਹ ਜੀ ਨੇ ਆਪਣਾ ਖਾਸਾ ਜੋ ਵੱਡੀ ਪਾਲਕੀ ਹੈ ਉਹ ਮੰਗਾਈ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਵਾਰ ਹੋਏ ਹਨ। ਮਹਾਰਾਜ ਜੀ is now sitting in their ਪਾਲਕੀ ਸਾਹਿਬ। ਪੰਜ ਸਿੱਖ ਲੈ ਸੰਗ ਵਿਸਾਲ। ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹ 5 ਸਿੱਖ ਜਿਹੜੇ ਆ, ਜਿਹੜੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਏ ਸੀ, ਉਹਨਾਂ ਪੰਜਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਤੁਰ ਪਏ ਹਨ। ਕਲ ਹੈ ਹਜ਼ਾਰੋ ਬੰਧਨ ਮਗ ਮੈਂ। ਹਵਾ ਵਾ ਦਰਸ਼ਨ ਕਰੋ ਲਾਹੌਰ ਦੀਆਂ ਗਲੀਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਲਕੀ ਜਾ ਰਹੀ ਹੈ। ਗੁਰੂ ਕੇ ਪਿਆਰਿਓ, ਕੁਹਾਰਾਂ ਨੇ ਪਾਲਕੀ ਜਿਹੜੀ ਆ ਉਹ ਆਪਣੇ ਮੋਢਿਆਂ ਤੇ ਟਿਕਾਈ ਹੈ। 5 ਸਿੱਖ ਨਾਲ ਸ਼ਬਦ ਗਾਉਂਦੇ ਆ ਰਹੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਲਕੀ ਵਿੱਚ ਸੁਭਾਏਮਾਨ ਨੇ ਤੇ ਜਿਤਨੇ ਵੀ ਰਸਤੇ ਵਿੱਚ ਹਜ਼ਾਰਾਂ ਲੋਕ ਖੜੇ ਆ ਨਾ, ਉਹ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਦੋਵੇਂ ਹੱਥ ਜੋੜ ਕੇ ਹਿੰਦੂ, ਮੁਸਲਮਾਨ, ਸਿੱਖ ਆਪੋ ਆਪਣੇ ਘਰਾਂ ਵਿੱਚੋਂ ਨਿਕਲ ਕੇ ਰਸਤਿਆਂ 'ਚ ਖੜੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਇਹ ਬਚਨ ਉਚਾਰਦੇ ਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅੱਲਾਹੇ। ਜਿਨ੍ਹਾਂ ਨੇ ਬਾਬਾ ਫਰੀਦ ਜੀ ਨੂੰ ਆਪਣੇ ਗਲ ਨਾਲ ਲਾ ਲਿਆ, ਜਿਨ੍ਹਾਂ ਨੇ ਕਬੀਰ ਸਾਹਿਬ ਜੀ ਨੂੰ ਆਪਣੇ ਗਲ ਨਾਲ ਲਾ ਲਿਆ, ਜਿਨ੍ਹਾਂ ਨੇ ਭਗਤ ਨਾਮਦੇਵ ਜੀ ਨੂੰ ਆਪਣੇ ਸੀਨੇ ਦਾ ਨਿੱਘ ਬਖਸ਼ਿਆ ਹੈ, ਜਿਨ੍ਹਾਂ ਨੇ 4 ਵਰਨਾ ਵਾਸਤੇ ਸਾਰੀ ਦੁਨੀਆ ਦਾ ਸਾਂਝਾ ਮੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਿਆਰ ਕੀਤਾ ਹੈ, ਐਸੇ ਦੀਨ ਦਿਆਲ ਪਾਤਸ਼ਾਹ ਜੀ ਮਹਾਰਾਜ ਲਾਹੌਰ ਦੀਆਂ ਗਲੀਆਂ ਵਿੱਚ ਜਾ ਰਹੇ ਨੇ। ਸਾਰੇ ਹੱਥ ਜੋੜ ਕੇ ਨਮਸਕਾਰਾਂ ਵੀ ਕਰਦੇ ਨੇ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ। ਹਰੇ ਹੋਏ ਬਿਖ ਹਿਤ ਸਨਮਾਨ। ਖੜੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਸਨਮਾਨ ਤੇ ਆਦਰ ਕਰਦੇ ਆ। ਇਮੇਜਿਨ ਇਨਸਾਈਡ ਯੋਰ ਮਾਈਂਡਸ ਆਈ ਗੁਰੂ ਅਰਜਨ ਦੇਵ ਜੀ ਪਾਲਕੀ ਇਜ਼ ਗੋਇੰਗ। ਪਿਆਰਿਓ, ਜਿਵੇਂ ਅੱਜ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਤੋਂ ਜਦੋਂ ਮਹਾਰਾਜ ਸਾਹਿਬ ਦੀ ਪਾਲਕੀ ਆਉਂਦੀ ਹੈ ਨਾ, ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਜਿਹੜੇ ਆ ਫੁੱਲਾਂ ਦੀ ਉਸ ਵੇਲੇ ਵਰਖਾ ਕਰਦੇ ਆ, ਨਮਸਕਾਰਾਂ ਕਰਦੇ ਆ। ਇਸੇ ਤਰ੍ਹਾਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਪਿਆ ਹੈ। Imagine just like when the throne of Guru Granth Sahib Ji is brought from Akal Takht into Darbar Sahib, everybody is bowing down. ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, your Guru, your 5th Guru is now going through the streets of Lahore. These are the last few days that the Guru will physically be in this world. ਸਾਰੀ ਦੁਨੀਆ ਨਮਸਕਾਰਾਂ ਕਰਦੀ ਪਈ ਹੈ। Everybody has their hands folded and is bowing down. ਹਾਂਜੀ, ਧੰਨ ਧੰਨ ਗੁਰ ਸਜਸ ਉਚਾਰ ਹੈ। ਸਾਰੇ ਪਾਸੇ ਇਹ ਧੁਨੀਆਂ ਉੱਠਦੀਆਂ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਰੇ ਕਹਿ ਰਹੇ ਆ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਸਾਰੇ ਕਹਿ ਰਹੇ ਨੇ ਕਿ ਪ੍ਰਤੱਛ ਹਿਰਦੈ ਗੁਰੂ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਧੰਨਤਾ ਹੋ ਰਹੀ ਹੈ ਸਾਰੇ ਪਾਸੇ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਸਾਰੀਆਂ ਸੰਗਤਾਂ ਜਿਹੜੀਆਂ ਸ਼ਬਦ ਗਾਉਂਦੀਆਂ ਨੇ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਜਪਿਓ ਜਿਨ ਅਰਜੁਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜਪਿਓ ਜਿਨ ਅਰਜੁਨ ਦੇਵ ਗੁਰੂ, ਜਪਿਓ ਜਿਨ ਅਰਜੁਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਸਾਰੇ ਪਾਸੇ ਗੁਰੂ ਸਾਹਿਬ ਜੀ ਦੀ ਜੈ ਜੈਕਾਰ ਹੋ ਰਹੀ ਹੈ। ਸਾਰੇ ਪਾਸੇ ਗੁਰੂ ਕੇ ਸਿੱਖ ਸੰਗਤਾਂ, ਹਿੰਦੂ ਮੁਸਲਮਾਨ ਜਿੰਨੇ ਵੀ ਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਧੁਨੀਆਂ ਜਿਹੜੀਆਂ ਉਹ ਆਕਾਸ਼ ਨੂੰ ਛੂੰਹਦੀਆਂ ਪਈਆਂ ਨੇ। In all four corners they are singing Japio. If you repeat the name of Guru Arjan Dev Ji, fir sankat joon garb na aayo. If you sing Guru Arjan Dev Ji's name with love, you will never have to be incarnated again. ਇਸ ਤਰ੍ਹਾਂ ਸਾਰੇ ਪਾਸੇ ਜੈ ਜੈਕਾਰ ਦੀਆਂ ਧੁਨੀਆਂ ਉੱਠਦੀਆਂ ਪਈਆਂ ਹਨ। ਸੁਣਤ ਚਲਤ ਜਸ ਕੋ ਨਿਜ ਕਾਨ, ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣਦੇ ਜਾ ਰਹੇ ਆ ਤੇ ਚੱਲਦੇ ਜਾ ਰਹੇ ਹਨ। ਸੁਧ ਵਜ਼ੀਰ ਖਾਂ ਕਰੀ ਅਗਾਰੀ, ਉਸ ਵੇਲੇ ਵਜ਼ੀਰ ਖਾਂ ਭੱਜ ਕੇ ਸਾਹਮਣੇ ਪਹੁੰਚਿਆ ਹੈ ਜਹਾਂਗੀਰ ਦੇ ਦਰਬਾਰ ਦੇ ਵਿੱਚ, ਤੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਜਾ ਕੇ ਦੱਸਿਆ ਹੈ ਵਜ਼ੀਰ ਖਾਂ ਨੇ। ਵਜ਼ੀਰ ਖਾਨ runs in front of the Guru, reaches Jahangir's court first। ਹਾਂਜੀ, ਪਹੁੰਚੇ ਆਏ ਗੁਰੂ ਭਗਵਾਨ, ਕਹਿੰਦੇ ਗੁਰੂ ਸਾਹਿਬ ਜੀ ਜੋ ਪਰਮੇਸ਼ਰ ਦਾ ਸਰਗੁਣ ਰੂਪ ਨੇ ਉਹ ਪਹੁੰਚ ਗਏ ਨੇ, ਉਹ ਪਹੁੰਚ ਗਏ ਹਨ। ਉੱਚਾ ਆਸਨ ਕਹਿ ਕੈ ਡਸਵਾਇਓ, ਫਿਰ ਵਜ਼ੀਰ ਖਾਨ ਨੇ ਆਖਿਆ ਕਿ ਉੱਚਾ ਆਸਣ ਲਗਾਇਆ ਜਾਵੇ ਮਹਾਰਾਜ ਜੀ ਵਾਸਤੇ। ਵਜ਼ੀਰ ਖਾਨ ਨੇ ਆਪ ਕਹਿ ਕੇ ਇੱਕ ਉੱਚੀ ਜਗ੍ਹਾ ਤੇ ਮਹਾਰਾਜ ਜੀ ਦਾ ਆਸਣ ਜਿਹੜਾ ਲਗਵਾਇਆ ਹੈ। ਵਜ਼ੀਰ ਖਾਨ ਮੇਕਸ a high seat in the court of Jahangir for ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਚੰਦੂ ਦੁਖਿਓ ਦੇਖ ਸਨਮਾਨ, ਚੰਦੂ ਦੇ ਅੰਦਰ ਅੱਗ ਲੱਗ ਗਈ ਹੈ ਕਿ ਉੱਚਿਆਂ ਬਿਠਾਲਣਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਇਤਨੇ ਮਹਿ ਗੁਰ ਦਰਸ਼ਨ ਦੀਨਸ, ਇਤਨੇ ਸਮੇਂ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਸੰਗਤਾਂ ਸਮੇਤ ਪਹੁੰਚ ਜਾਂਦੇ ਆ। In that time Guru Arjan Dev Ji reaches the court of Jahangir। ਸਾਦਰ ਕਹਿ ਕਰ ਤਹਾਂ ਬਿਠਾਏ, ਬੜੇ ਆਦਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਉਸ ਸਥਾਨ ਤੇ ਇਹ ਵਜ਼ੀਰ ਖਾਨ ਨੇ ਬੇਨਤੀ ਕਰਕੇ ਆਖਿਆ ਮਹਾਰਾਜ ਜੀ ਬਿਰਾਜਮਾਨ ਹੋਵੋ। ਸ਼ਾਹ ਨਮਿਓ ਗੁਰ ਕੁਸ਼ਲ ਪ੍ਰਸ਼ਨ ਕਰ, ਉਸ ਵੇਲੇ ਜਹਾਂਗੀਰ ਨੇ ਵੀ ਸਲਾਮ ਕੀਤੀ ਹੈ ਗੁਰੂ ਸਾਹਿਬ ਜੀ ਦੇ ਅੱਗੇ, ਤੇ ਜਹਾਂਗੀਰ ਨੇ ਵੀ ਸੁਖ ਸਾਂਤ ਪੁੱਛੀ ਹੈ ਮਹਾਰਾਜ ਜੀ ਨੂੰ। ਹੇਰ ਹੇਰ ਸਭ ਸੀਸ ਨਿਵਾਏ, ਤੇ ਆਣ ਆਣ ਕੇ ਇੱਕ ਭੀੜ ਲੱਗੀ ਪਈ ਹੈ ਕਿਉਂਕਿ ਸੰਗਤਾਂ ਨਾਲ ਨੇ ਉਹ ਮੱਥਾ ਟੇਕੀ ਜਾ ਰਹੀਆਂ ਹਨ। ਹੁਣ ਹਜ਼ਰਤ ਨੇ ਬੂਝਨ ਕੀਨ, ਫੇਰ ਗੁਰੂ ਕੇ ਪਿਆਰਿਓ ਜਹਾਂਗੀਰ ਦੇ ਅੰਦਰ ਦੀ ਜਿਹੜੀ ਤਵੱਸਬ ਹੈ ਉਹ ਨਿਕਲਣ ਲੱਗੀ ਹੈ। ਜਹਾਂਗੀਰ ਚਾਹੁੰਦਾ ਸੀ ਕਿ ਮੈਂ ਗੁਰੂ ਸਾਹਿਬ ਜੀ ਦੇ ਮੁਖ ਚੋਂ ਕੋਈ ਇਸਲਾਮ ਦੇ ਤੋਹੀਨ ਜਨਕ ਜਿਹੜੇ ਸ਼ਬਦ ਕੁਹਾ ਦਿਆਂ ਸਾਰੇ ਦਰਬਾਰ ਦੇ ਅੰਦਰ। ਜਹਾਂਗੀਰ ਮਹਾਰਾਜ ਜੀ ਵੱਲ ਤੱਕਦਾ ਹੈ ਤੇ ਮਹਾਰਾਜ ਜੀ ਨੂੰ ਸਵਾਲ ਪੁੱਛਣ ਲੱਗਾ ਹੈ। At that time Jahangir
is about to ask Guru Arjan Dev Ji some questions. ਹਾਂਜੀ ਹਿੰਦੂ ਤੁਰਕ ਜੇ ਬਾਦ ਵਧਾਏ ਜਹਾਂਗੀਰ ਨੇ ਆਖਿਆ ਮਹਾਰਾਜ ਹਿੰਦੂਆਂ ਵਿੱਚ ਤੇ ਮੁਸਲਮਾਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਝਗੜਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਆ the fights between the Hindus and between the Muslims are increasing every day. ਹਾਂਜੀ ਨਿਜ ਨਿਜ ਕੋ ਮਨ ਹੈ ਹਮ ਦੀਰਗ ਜਿਹੜੇ ਹਿੰਦੂ ਆ ਉਹ ਕਹਿੰਦੇ ਅਸੀਂ ਸਭ ਤੋਂ ਚੰਗੇ ਆ ਜਿਹੜੇ ਮੁਸਲਮਾਨ ਆ ਉਹ ਆਪਣੇ ਆਪ ਨੂੰ ਚੰਗੇ ਸਮਝਦੇ ਆ ਇਸ ਤਰ੍ਹਾਂ ਹੋ ਰਿਹਾ ਹੈ ਕਹੈ ਬਿਸਤ ਇੱਕ ਦੋਜਕ ਜਾਏ ਕਈ ਕਹਿੰਦੇ ਨੇ ਕਿ ਅਸੀਂ ਭਿਸਤਾਂ ਨੂੰ ਜਾਣਾ ਹੈ ਕੋਈ ਕਹਿੰਦਾ ਆ ਵੀ ਇਹਨਾਂ ਨੇ ਨਰਕਾਂ ਨੂੰ ਜਾਣਾ ਹੈ ਇਸ ਤਰ੍ਹਾਂ ਗੁਰੂ ਕੇ ਪਿਆਰੇ ਮੁਸਲਮਾਨ ਕਹਿੰਦੇ ਆ ਕਿ ਕੇਵਲ ਮੁਸਲਮਾਨ ਹੀ ਭਿਸਤਾਂ ਨੂੰ ਜਾ ਸਕਦੇ ਆ ਬਾਕੀ ਸਾਰੇ ਕਾਫਰ ਆ ਤੇ ਉਹ ਨਰਕਾਂ ਨੂੰ ਜਾਣਗੇ ਜਿਹੜੇ ਹਿੰਦੂ ਆ ਉਹ ਕਹਿੰਦੇ ਇਹ ਜਿਹੜੇ ਮੁਸਲਮਾਨ ਆ ਇਹ ਮਲੇਸ਼ ਆ ਇਹ ਕਦੇ ਸਵਰਗਾਂ ਨੂੰ ਨਹੀਂ ਜਾ ਸਕਦੇ Jahangir is putting a question in front of the Guru. Muslims call people who are not Muslim kafir. Hindus are calling the Muslim Malesh. ਇਹ ਦੋਵੇਂ ਪਾਸੇ ਝਗੜਾ ਚੱਲਦਾ ਜਾ ਰਿਹਾ ਹੈ ਦੋਨੋਂ ਮਹਿ ਕੋ ਸਾਹਿਬ ਜਨ ਹੈ ਕਹਿੰਦੇ ਦੋਨਾਂ ਦੇ ਵਿੱਚੋਂ ਵੱਡਾ ਕੌਣ ਹੈ ਕੋ ਸਾਹਿਬ ਜਾਣੇ ਤੁਸੀਂ ਕਿਹਨਾਂ ਨੂੰ ਵੱਡਿਆਂ ਸਮਝਦੇ ਹੋ ਕੋ ਸਾਹਿਬ ਜਾਣੇ ਦੇ ਅਰਥ ਨੇ ਕਿ ਤੁਸੀਂ ਕਿਹਨਾਂ ਨੂੰ ਵੱਡੇ ਸਮਝਦੇ ਹੋ ਇਹਦੇ ਦੂਸਰੇ ਅਰਥ ਇਹ ਨੇ ਕਿ ਦੋਨਾਂ ਵਿੱਚੋਂ ਹਿੰਦੂਆਂ ਵਿੱਚੋਂ ਤੇ ਮੁਸਲਮਾਨਾਂ ਵਿੱਚੋਂ ਕੋ ਸਾਹਿਬ ਜਾਣੇ ਕਿਹੜਾ ਆ ਜਿਹੜਾ ਰੱਬ ਨੂੰ ਜਾਣਦਾ ਹੈ ਕੀ ਰਾਮ ਕਹਿਣ ਵਾਲਿਆਂ ਕੋਲ ਰੱਬ ਹੈ ਜਾਂ ਅੱਲਾ ਕਹਿਣ ਵਾਲਿਆਂ ਕੋਲ ਰੱਬ ਹੈ ਇਹ ਬੜਾ ਤਿੱਖਾ ਸਵਾਲ ਹੈ ਕਿਉਂ ਜੇ ਗੁਰੂ ਸਾਹਿਬ ਜੀ ਕਹਿ ਦੇਣ ਕਿ ਅੱਲਾ ਕਹਿਣ ਵਾਲਿਆਂ ਨੂੰ ਰੱਬ ਮਿਲੇਗਾ ਉਹ ਕਹਿ ਦੇਗਾ ਕਿ ਮੰਨ ਗਏ ਤੇ ਜੇ ਗੁਰੂ ਸਾਹਿਬ ਜੀ ਕਹਿ ਦੇਣ ਕਿ ਰਾਮ ਕਹਿਣ ਵਾਲਿਆਂ ਨੂੰ ਰੱਬ ਮਿਲ ਜਾਏਗਾ ਤੇ ਫਿਰ ਉਹਨੇ ਕਹਿਣਾ ਕਿ ਗੁਰੂ ਸਾਹਿਬ ਜੀ ਜਿਹੜੇ ਆ ਉਹ ਕੁਫਰ ਤੋਲਦੇ ਆ ਇਹ ਲਫ਼ਜ਼ ਵਰਤਨੇ ਸੀ ਜਹਾਂਗੀਰ ਨੇ ਨਾ ਕਿ ਕਾਫਰਾਂ ਦਾ ਪੱਖ ਕਰਦੇ ਪਏ ਆ why was Jahangir asking this question he was asking this question who knows God out of the Hindus and the Muslims if Guruji was to say the Muslims then Jahangir would say the Guru has accepted what we are saying if Guruji would say the Hindus then Jahangir would say this that the Guru is talking against Islam ਇਸ ਤਰ੍ਹਾਂ ਗੁਰੂ ਕੇ ਪਿਆਰਿਓ ਜਹਾਂਗੀਰ ਸਵਾਲ ਪੁੱਛਦਾ ਆ ਆਪਾਂ ਥੋੜਾ ਜਿਹਾ ਨਾ ਆਪਣੇ ਆਪ ਨੂੰ ਇਕਾਗਰ ਕਰਕੇ ਉਸ ਥਾਂ ਤੇ ਪਹੁੰਚੀਏ ਜਹਾਂਗੀਰ ਦੇ ਦਰਬਾਰ ਦੇ ਵਿੱਚ ਗੁਰੂ ਸਾਹਿਬ ਜੀ ਤੇ ਸਵਾਲ ਹੋ ਰਹੇ ਆ ਤੇ ਗੁਰੂ ਸਾਹਿਬ ਜੀ ਕਿਹੜੇ ਜਵਾਬ ਦਿੰਦੇ ਹਨ ਕਿਸ ਪਰ ਕਰਨਾ ਕਰੈ ਖੁਦਾਏ ਉਹ ਕਹਿੰਦਾ ਆ ਵੀ ਕਿਹਦੇ ਉੱਤੇ ਪ੍ਰਭੂ ਖੁਸ਼ ਹੁੰਦਾ ਆ ਕਿਹਦੇ ਉੱਤੇ ਖੁਦਾ ਅੱਲਾ ਉਹ ਕਿਹਨਾਂ ਉੱਤੇ ਖੁਸ਼ ਹੁੰਦਾ ਹੈ ਕਿ ਹਿੰਦੂਆਂ ਤੇ ਖੁਸ਼ ਹੁੰਦਾ ਆ ਜਾਂ ਮੁਸਲਮਾਨਾਂ ਉੱਤੇ ਖੁਸ਼ ਹੁੰਦਾ ਹੈ ਕੌਣ ਸੱਚ ਕਹੈ ਕੂਰ ਕਹੈ ਕੋ ਕਿਹੜਾ ਸੱਚ ਬੋਲਦਾ ਆ ਤੇ ਕਿਹੜਾ ਝੂਠ ਬੋਲਦਾ ਹੈ ਇਹ ਸੰਸੈ ਮੇਰੇ ਮਨ ਆਏ ਇਹ ਮੇਰੇ ਅੰਦਰ ਸ਼ੰਕਾ ਆ ਝੂਠ ਬੋਲਦਾ ਜਹਾਂਗੀਰ ਸ਼ੰਕਾ ਕੋਈ ਨਹੀਂ ਮੁਸਲਮਾਨਾਂ ਨੂੰ ਹੀ ਸਮਝਦਾ ਹੈ ਸਭ ਤੋਂ ਵੱਡੇ ਇਹ ਝੂਠ ਬੋਲਦਾ ਆ ਕਹਿ ਰਿਹਾ ਜੀ ਮੇਰਾ ਸ਼ੰਕਾ ਆ ਜੀ ਤੁਸੀਂ ਨਿਵਰਤ ਕਰੋ ਬੜੀ ਨਿਮਰਤਾ ਨਾਲ ਬੋਲਦਾ ਜਾ ਰਿਹਾ ਹੈ ਤੇ ਮੈਂ ਬੇਨਤੀ ਕਰਾਂ ਜ਼ਬਾਨ ਦੇ ਨਾਲ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ ਮਨ ਦੇ ਵਿੱਚ ਪਿਆਰ ਨਹੀਂ ਹੈਗਾ ਜ਼ੁਬਾਨ ਦੇ ਨਾਲ ਕਹਿ ਰਿਹਾ ਆ ਪਰ ਸੱਚੇ ਪਾਤਸ਼ਾਹ ਜੀ ਤਾਂ ਘਟ ਕੇ ਅੰਤਰ ਕੀ ਜਾਣਨ ਵਾਲੇ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਵੇਲੇ ਜਵਾਬ ਦੇਣਾ ਹੈ ਜਹਾਂਗੀਰ is acting like he is so innocent he is saying oh I don't know who is better the Muslims or the Hindus he is trying to trap Guru Arjan Dev Ji ਪਰ ਦੇਖੋ ਧੰਨ ਗੁਰੂ ਅਰਜਨ ਦੇਵ ਜੀ ਕੈਸਾ ਜਵਾਬ ਦਿੰਦੇ ਹਨ ਉੱਤਰ ਦੇਹ ਪੀਰ ਤੁਮ ਦੀਰਗ ਉਹ ਕਹਿੰਦਾ ਤੁਸੀਂ ਬਹੁਤ ਵੱਡੇ ਪੀਰ ਹੋ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਨਾਸ਼ੀਨ ਹੋ ਤੁਸੀਂ ਗੱਦੀਸ਼ੀਨ ਹੋ ਤੇ ਆਪ ਜੀ ਉੱਤਰ ਦੇਣਾ ਕਰੋ ਜਿਸ ਤੇ ਮਮ ਖਾਤਰ ਹੋਏ ਜਾ ਜਿਹਦੇ ਕਰਕੇ ਮੇਰੀ ਤਸੱਲੀ ਹੋ ਜਾਏ ਸੁਨ ਹਜ਼ਰਤ ਤੇ ਸਤਿਗੁਰ ਅਰਜਨ ਉਸ ਵੇਲੇ ਜਹਾਂਗੀਰ ਦੇ ਇਹਨਾਂ ਗੱਲਾਂ ਨੂੰ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਸਤਿਗੁਰੂ ਜੀ ਕਹੇ ਜਵਾਬ ਕੋ ਸ਼ਬਦ ਸੁਨਾ ਉਸ ਵੇਲੇ ਇੱਕ ਜਵਾਬ ਰੂਪ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ is now going to sing a ਸ਼ਬਦ in answer to Jahangir's question ਹਾਂਜੀ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਸੁਭਾਏਮਾਨ ਸਤਿਗੁਰੂ ਪਾਤਸ਼ਾਹ ਜੀ ਸ਼੍ਰੋਮਣੀ ਨੇ ਉਹਨਾਂ ਦੇ ਮੁਖ ਦੇ ਵਿੱਚੋਂ ਹੁਣ ਸੁੰਦਰ ਬਚਨ ਸੱਚੇ ਪਾਤਸ਼ਾਹ ਜੀ ਉਚਾਰਦੇ ਹਨ ਆਪਣੇ ਮੁਖਾਰ ਬਿੰਦ ਤੋਂ ਰਾਮਕਲੀ ਰਾਗ ਦੇ ਅੰਦਰ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਚਾਰਨ ਕਰਦੇ ਨੇ ਸ਼ਬਦ ਕੋਈ ਬੋਲਾ ਰਾਮ ਰਾਮ ਸੱਚੇ ਪਾਤਸ਼ਾਹ ਜੀ ਕਹਿੰਦੇ ਹਿੰਦੂ ਜਿਹੜੇ ਆ ਉਹ ਰਾਮ ਰਾਮ ਬੋਲਦੇ ਹਨ ਕੋਈ ਖੁਦਾ ਕਈ ਜਿਹੜੇ ਮੁਸਲਮਾਨ ਆ ਉਹ ਖੁਦਾ ਖੁਦਾ ਕਹਿੰਦੇ ਨੇ ਆਪਣੀ ਜ਼ੁਬਾਨ ਨਾਲ ਰੱਬ ਨੂੰ ਕੋਈ ਸੇਵਾ ਗੁਸਈਆ ਕਈ ਜਿਹੜੇ ਹਿੰਦੂ ਆ ਉਹ ਗੋਸਾਈ
ਸਾਈਂ ਕਹਿ ਕੇ ਰੱਬ ਨੂੰ ਪੁਕਾਰਦੇ ਹਨ। ਕੋਈ ਅੱਲਾਹ ਹੈ, ਕਈ ਜਿਹੜੇ ਆ ਉਹ ਅੱਲਾਹੁ ਅਕਬਰ ਕਹਿ ਕੇ ਰੱਬ ਨੂੰ ਯਾਦ ਕਰਦੇ ਹਨ। ਕਾਰਨ ਕਰਨ ਕਰੀਮ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਾਰਨ ਕਾਰਨ ਦੇ ਅਰਥ ਕਈ ਬਣਦੇ ਨੇ ਪਿਆਰਿਓ। ਸੰਖੇਪ ਰੂਪ ਦੇ ਵਿੱਚ ਅਰਥ ਕਰੀਏ, ਕਾਰਨ ਦੇ ਅਰਥ ਨੇ ਕਿ ਇਹ ਪੰਜ ਤੱਤਾਂ ਨੂੰ ਬਣਾਉਣ ਵਾਲੇ ਪਰਮੇਸ਼ਰ ਜੀ ਨੇ। ਇਹ ਹਿੰਦੂਆਂ ਵਿੱਚ ਮੰਨਿਆ ਜਾਂਦਾ ਹੈ। ਕਰੀਮ ਦੇ ਅਰਥ ਨੇ ਕਿਰਪਾ ਕਰਨ ਵਾਲੇ। ਕਹਿੰਦੇ ਨੇ ਹਿੰਦੂ ਕਹਿੰਦੇ ਆ ਕਿ ਸਾਰੇ ਕਰਨਾਂ ਨੂੰ ਕਰਨ ਵਾਲੇ, ਸਭ ਕੁਝ ਬਣਾਉਣ ਵਾਲਾ ਪਰਮਾਤਮਾ ਹੈ। ਤੇ ਮੁਸਲਮਾਨ ਕਹਿੰਦੇ ਆ ਕਰੀਮ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਰੱਬ ਹੈ। ਕਿਰਪਾ ਧਾਰ ਰਹੀਮ। ਹਿੰਦੂ ਕਹਿੰਦੇ ਨੇ ਕਿ ਕਿਰਪਾ ਕਰਨ ਵਾਲੇ ਪਰਮਾਤਮਾ ਦਾ ਨਾਮ ਹੈ, ਤੇ ਮੁਸਲਮਾਨ ਕਹਿੰਦੇ ਰਹਿਮਤਾਂ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ। ਇਹ ਨਾਮਾਂ ਦੇ ਹੀ ਝਗੜੇ ਆ ਨਾ, ਕਰਮਾਂ ਦੇ ਤਾਂ ਕੋਈ ਝਗੜੇ ਨਹੀਂ। ਕਿਰਪਾ ਕਰਨ ਵਾਲਾ ਵੀ ਉਹੀ ਹੈ, ਕਰੀਮ ਵੀ ਉਹੀ ਹੈ, ਅੱਲਾ ਵੀ ਉਹੀ ਹੈ, ਰਾਮ ਵੀ ਉਹੀ ਹੈ, ਖੁਦਾ ਵੀ ਉਹੀ ਹੈ, ਗੁਸਈਆਂ ਵੀ ਉਹੀ ਹੈ। Maharaj says some people say Ram, some people say Allah, some people say Khuda, some people say Gusaiyan, some people say Kirpatar, some people say Kareem, some people say Rahim। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਸਭ ਜ਼ੁਬਾਨਾਂ ਦੇ ਰੌਲੇ ਨੇ। ਸੱਚੀ ਗੱਲ ਹੈ ਪਰਮਾਤਮਾ ਜਿਹੜਾ ਇਹਨਾਂ ਸਾਰਿਆਂ ਤੋਂ ਉੱਚਾ ਹੈ। ਰਹਾਉ। ਸੱਚੇ ਪਾਤਸ਼ਾਹ ਜੀ ਮਹਾਰਾਜ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਕੋਈ ਨਹਾਵੇ ਤੀਰਥ। ਹਿੰਦੂ ਜਿਹੜੇ ਆ ਉਹ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਦੇ ਹਨ। ਕੋਈ ਹਜ ਜਾ। ਮੁਸਲਮਾਨ ਮੱਕੇ ਜਾ ਕੇ ਤੇ ਹਜ ਕਰਦੇ ਹਨ। ਕੋਈ ਕਰੈ ਪੂਜਾ। ਕਈ ਜਿਹੜੇ ਆ ਉਹ ਠਾਕੁਰਾਂ ਦੀ ਪੂਜਾ ਕਰਦੇ ਹਨ। ਕੋਈ ਸਿਰ ਨਿਵਾਏ। ਕਈ ਜਿਹੜੇ ਆ ਉਹ ਵਾਰ-ਵਾਰ ਸਲਾਮ ਕਰਕੇ ਮੱਥਾ ਟੇਕ ਕੇ ਤੇ ਨਮਾਜ਼ ਪੜ੍ਹਦੇ ਨੇ ਮੁਸਲਮਾਨ। ਕੋਈ ਪੜ੍ਹੈ ਵੇਦ। ਕਈ ਜਿਹੜੇ ਆ ਉਹ ਵੇਦਾਂ ਦਾ ਪਾਠ ਪਠਣ ਕਰਦੇ ਹਨ। ਕੋਈ ਕਤੇਬ। ਕਈ ਕੁਰਾਨ ਅੰਜੀਲ ਆਦਿਕ ਦਾ ਪਾਠ ਕਰਦੇ ਹਨ। ਕੋਈ ਓਢੈ ਨੀਲ। ਕਈ ਜਿਹੜੇ ਆ ਉਹ ਨੀਲ ਰੰਗ ਪਾਉਂਦੇ ਆ। ਨੀਲ ਦੇ ਅਰਥ ਜਿਹੜੇ ਆ ਉਹ ਨੀਲਾ ਨਹੀਂ। ਨੀਲ ਦੇ ਅਰਥ ਸਪਸ਼ਟ ਕਰੀਏ, ਜਦੋਂ ਸਰੀਰ ਉੱਤੇ ਗੁਰੂ ਕੇ ਪਿਆਰਿਓ ਕਈ ਵਾਰੀ ਨੀਲ ਪੈ ਜਾਂਦਾ ਨਾ, ਤੇ ਉਹਦਾ ਰੰਗ ਜਿਹਨੂੰ ਨੀਲੰਬਰ ਕਹਿੰਦੇ ਆ, ਖਾਲਸੇ ਵਾਲਾ ਰੰਗ ਉਹ ਨਹੀਂ ਹੁੰਦਾ। ਜਿਹੜਾ ਨੀਲਾ ਰੰਗ ਹੁੰਦਾ ਥੋੜਾ ਹਰਾ ਵੀ ਹੁੰਦਾ, ਜਾਮਣੀ ਜਿਹਾ ਵੀ ਹੁੰਦਾ। ਅਸੀਂ ਕਹਿੰਦੇ ਨਾ ਆਮ ਕਰਕੇ ਪੇਂਡੂ ਸ਼ਬਦਾਵਲੀ ਵਿੱਚ, ਜਿੱਥੇ ਸੱਟ ਲੱਗ ਜਾਂਦੀ ਆ ਉੱਥੇ ਨੀਲ ਪੈ ਗਿਆ ਸਰੀਰ ਤੇ ਨੀਲ ਜਿਹੜਾ ਤੇ ਨੀਲੰਬਰ ਇਹ ਦੋ ਵੱਖਰੇ ਰੰਗ ਨੇ। ਖਾਲਸੇ ਦਾ ਬਾਣਾ ਹੈ ਇਹ ਉਪਜੈ ਸਿੰਘ ਭੁਜੰਗੀਏ ਨੀਲੰਬਰ ਧਾਰਾ, ਜਿਨ ਤੁਰਕ ਦੁਸ਼ਟ ਸਭ ਸ਼ਹਿ ਕੀਏ ਹਰ ਨਾਮ ਉਚਾਰਾ। ਜਿਹੜਾ ਆਕਾਸ਼ ਵਾਲਾ ਨੀਲਾ ਆ ਉਹ ਖਾਲਸੇ ਦੇ ਬਾਣੇ ਦਾ ਰੰਗ ਹੈ। ਜਿਹੜਾ ਨੀਲ ਰੰਗ ਆ ਉਹ ਵਿੱਚ ਥੋੜਾ ਹਰਾ ਵੀ ਝਲਕ ਪੈਂਦੀ ਆ, ਉਹਦੇ ਵਿੱਚੋਂ ਜਾਮਣੀ ਝਲਕ ਵੀ ਪੈਂਦੀ ਆ ਵਿੱਚੋਂ, ਉਹਦੇ ਵਿੱਚੋਂ ਹਾਂ ਨੀਲਾ ਰੰਗ ਵੀ ਝਲਕਦਾ ਆ, ਪਰ ਖਾਸ ਕਰਕੇ ਉਹ ਹਰੇ ਰੰਗ ਦਾ, ਜਿਹਨੂੰ ਹੈਦਰੀ ਰੰਗ ਅਸੀਂ ਕਹਿੰਦੇ ਆ। ਕੋਈ ਓਢੈ ਨੀਲ। ਕਈ ਜਿਹੜੇ ਆ ਮੁਸਲਮਾਨ ਉਹ ਆਪਣਾ ਹੈਦਰੀ ਰੰਗ ਪਾਉਂਦੇ ਹਨ, ਨੀਲ ਰੰਗ ਪਾਉਂਦੇ ਹਨ। ਕੋਈ ਸੁਪੇਦ। ਤੇ ਕਈ ਚਿੱਟਾ ਰੰਗ ਪਹਿਨ ਕੇ ਕਹਿੰਦੇ ਆ ਇਹੀ ਰੰਗ ਹੈ ਰੱਬ ਦਾ। ਕੋਈ ਕਹੈ ਤੁਰਕ। ਕੋਈ ਆਪਣੇ ਆਪ ਨੂੰ ਤੁਰਕ ਕਹਿੰਦਾ ਆ ਬੰਦਾ। ਕੋਈ ਕਹੈ ਹਿੰਦੂ। ਕੋਈ ਕਹਿੰਦਾ ਕਿ ਮੈਂ ਹਿੰਦੂ ਹਾਂ। ਕੋਈ ਬਾਛੈ ਭਿਸਤ। ਕੋਈ ਕਹਿੰਦਾ ਕਿ ਮੈਨੂੰ ਭਿਸਤ ਮਿਲ ਜਾਏ। ਕੋਈ ਸੁਰਗਿੰਦੂ। ਕੋਈ ਇੰਦਰ ਦੇ ਸਵਰਗ ਨੂੰ ਹੀ ਲੋਚਦਾ ਰਹਿੰਦਾ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਵੇਂ ਅੱਲਾ ਕਹਿ ਲੋ, ਤੇ ਭਾਵੇਂ ਰਾਮ ਕਹਿ ਲੋ, ਤੇ ਭਾਵੇਂ ਖੁਦਾ ਕਹਿ ਲੋ, ਤੇ ਭਾਵੇਂ ਗੁਸਈਆਂ ਕਹਿ ਲੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਨ ਹੁਕਮ ਪਛਾਤਾ ਦੇ ਅਰਥ ਨੇ ਆਪਣੀ ਜ਼ਿੰਦਗੀ ਨੂੰ ਉਸ ਦੇ ਹੁਕਮ ਮੁਤਾਬਕ ਵਸਰ ਕਰਨਾ। ਹੁਕਮ ਪਛਾਤਾ, ਹੁਕਮ ਪਛਾਨਣਾ, ਹੁਕਮ ਤੇ ਚੱਲਣਾ। ਰਿਅਲਾਈਜੇਸ਼ਨ ਦੀ ਗੱਲ ਚੱਲ ਰਹੀ ਹੈ ਇੱਥੇ। Realization doesn't mean to know, it means to live. Realization doesn't mean, oh, I know God exists. It means to actually feel Him. ਕਹੋ ਨਾਨਕ ਜਿਨ ਹੁਕਮ ਪਛਾਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜੀ ਗੱਲ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਖਿਆ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਤੇ ਮੈਂ ਬੇਨਤੀ ਕਰਾਂ ਕੇਵਲ ਉਹਨਾਂ ਨੂੰ ਨਾ ਸਮਝੀਏ, ਤੀਜਾ ਸਿੱਖ ਵੀ ਜ਼ਰੂਰ ਰੋਏਗਾ ਜੇ ਉਹ ਗੁਰੂ ਦੇ ਹੁਕਮ 'ਚ ਨਹੀਂ ਚੱਲੇਗਾ। ਇਸ ਗੱਲ ਨੂੰ ਅਸੀਂ ਮੰਨ ਲਈਏ ਥੋੜੀ ਆਪਣੀ ਸੰਕੀਰਨਤਾ ਤੋਂ ਉੱਚੀਆਂ ਉੱਠ ਕੇ। ਗੁਰੂ ਬਾਬਾ ਜੀ ਕੇਵਲ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਨਹੀਂ ਕਹਿ ਰਹੇ, ਜੇ ਜਨੇਊ ਪਾਉਣ ਵਾਲੇ ਨੂੰ ਕਹਿ ਰਹੇ ਆ, ਜੇ ਨਮਾਜ਼ ਪੜ੍ਹਨ ਵਾਲੇ ਨੂੰ ਕਹਿ ਰਹੇ ਆ, ਤੇ ਸਿੱਖ ਅੱਜ ਤੈਨੂੰ ਵੀ ਕਹਿ ਰਿਹਾ ਕਿ ਆਪਣੀ ਜ਼ਿੰਦਗੀ ਅੰਦਰ ਕਦੇ ਰੱਬ ਦੇ ਰੰਗ ਨੂੰ ਮਾਣਿਆ ਹੀ ਕਿ ਗੁਰਦੁਆਰੇ ਚੱਲ ਕੇ ਕੇਵਲ ਫਰਜ਼ ਅਦਾ ਕਰਦਾ ਰਿਹਾ। ਲਵ ਇਜ਼ ਨਾਟ ਫੋਲੋਇੰਗ, ਇਟ ਇਜ਼ ਫੀਲਿੰਗ। ਫੋਲੋਇੰਗ ਇਜ਼ ਨਾਟ ਸਿੱਖੀ, ਫੀਲਿੰਗ ਇਜ਼ ਸਿੱਖੀ। ਕਹੋ ਨਾਨਕ ਜਿਨ ਹੁਕਮ ਪਛਾਤਾ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਰੱਬ ਦੇ ਹੁਕਮ ਦੇ ਵਿੱਚ ਚੱਲਦਾ ਹੈ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਉਹਨੂੰ ਪਤਾ ਲੱਗ ਜਾਂਦਾ ਹੈ, ਭਾਵੇਂ ਪ੍ਰਭੂ ਕਹਿ ਲਓ, ਭਾਵੇਂ ਸਾਹਿਬ ਕਹਿ ਲਓ, ਭਾਵੇਂ ਅੱਲਾ ਕਹਿ ਲਓ, ਭਾਵੇਂ ਖੁਦਾ ਕਹਿ ਲਓ, ਉਹਦਾ ਭੇਦ, ਉਹਦਾ ਮਰਮ ਜਿਹੜਾ ਆ ਉਸ ਪਰਮਾਤਮਾ ਨੂੰ ਜਾਣਦਾ ਉਹੀ ਹੈ ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ ਹੈ। when Jahangir asked the question, Maharaj says, whether you call God Ram, whether you call him Allah, whether you call him Khuda, whether you call him Gusaiya, doesn't matter. Whether you wear green, whether you wear white, that's not the issue. The issue is, are you living your life according to God's will? ਕੀ ਜ਼ਿੰਦਗੀ ਤੇਰੀ ਹੁਕਮ ਦੇ ਵਿੱਚ ਬਤੀਤ ਹੋ ਰਹੀ ਹੈ? ਬਸ ਪ੍ਰਭੂ ਜੀ ਨੇ ਇਹੀ ਦੇਖਣਾ ਹੈ। Remember in Makkah when Guru Nanak was asked, Guru Nanak Dev Ji Maharaj says, Baba aakhe hajiyan. Guru Nanak Sahib Ji said, whether the person is a Hindu, whether the person is a Muslim, whether the person, please forgive me, whether they call themselves a Sikh, Shubh Amla Bajo, dono roi, they will cry if they do not live the truth. ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸੱਚ ਜੋ ਮੱਕੇ ਵਿੱਚ ਉਚਾਰਿਆ ਉਸ ਨੂੰ ਸ਼ਬਦ ਵਿੱਚ ਨਿਰੂਪਣ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੇ ਇਸ ਦਰਬਾਰ ਦੇ ਵਿੱਚ ਉਚਾਰਿਆ ਹੈ। ਦੋਹਰਾ ਸ੍ਰੀ ਪਰਮੇਸ਼ਰ ਏਕ ਹੈ। ਸੱਚੇ ਪਾਤਸ਼ਾਹ ਜੀ ਨੇ ਆਖਿਆ ਉਹ ਪਰਮ ਈਸ਼ਰ ਅਕਾਲ ਪੁਰਖ ਇੱਕੋ ਹੀ ਹੈ। ਝਗਰਤ ਦੋਏ ਬਤਾਏ। ਇਹ ਬਸ ਜਿਹੜੇ ਝਗੜਨ ਵਾਲੇ ਆ ਇਹੀ ਦੋ ਕਹਿੰਦੇ ਨੇ, ਇਹਨਾਂ ਵਾਸਤੇ ਦੋ ਹੋ ਸਕਦਾ ਆ। ਹਿੰਦੂ ਜਿਹੜਾ ਆ ਉਹ ਕਹਿ ਰਿਹਾ ਹੈ ਮੇਰਾ ਰਾਮ ਜਿਹੜਾ ਹੈ ਉਹ ਹਿੰਦੂਆਂ 'ਚ ਵੱਸਦਾ ਹੈ, ਇਹਨਾਂ ਮਲੇਸ਼ੀਆ 'ਚ ਥੋੜ੍ਹਾ ਵੱਸ ਸਕਦਾ ਹੈ। ਜਿਹੜਾ ਮੁਸਲਮਾਨ ਆ ਉਹ ਇਹ ਕਹਿ ਰਿਹਾ ਆ ਮੇਰਾ ਜਿਹੜਾ ਅੱਲਾ ਆ ਉਹਦਾ ਜਲਵਾ ਕੇਵਲ ਮੁਸਲਮਾਨਾਂ 'ਚ ਆ, ਬਾਕੀ ਦੇ ਕਾਫਰ ਨੇ, ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਓ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਸਭ ਝਗੜੇ ਨੇ। ਕਹਿੰਦੇ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਜਾਂਦਾ ਨਾ, 10ਵੇਂ ਪਾਤਸ਼ਾਹ ਜੀ ਦੇ ਬਚਨ ਬੜੇ ਸੁੰਦਰ ਨੇ, ਸਾਧ ਅਸਾਧ ਜਾਨੋ ਨਹੀਂ ਬਾਤ ਸੁਬਾਤ ਵਿਵਾਦ। ਉੱਥੇ ਝਗੜੇ ਮੁੱਕ ਜਾਂਦੇ ਆ ਜਿੱਥੇ ਰੱਬ ਆ ਜਾਂਦਾ ਹੈ। ਸੱਚੀ ਗੱਲ ਹੈ। ਇੱਕ ਗਿਆਨ ਵਾਲਾ ਮੌਨ ਹੁੰਦਾ ਪਿਆਰਿਓ, ਇੱਕ ਉਹ ਹੁੰਦਾ ਆ ਚੁੱਪੈ ਚੁੱਪ ਨਾ ਹੋਵੇ, ਜਿਹੜਾ ਬਾਹਰ ਦੇ ਜ਼ੋਰ ਨਾਲ ਬੰਦਾ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਆ। ਤੇ ਸੱਚੀ ਗੱਲ, ਜ਼ੁਬਾਨ ਚੁੱਪ ਨਹੀਂ ਹੁੰਦੀ ਕਦੇ ਵੀ, ਅੰਦਰ ਮਨ ਬੋਲੀ ਜਾ ਰਿਹਾ ਆ। ਪਰ ਜਦੋਂ ਕੋਈ ਰੱਬ ਦੇ ਰੰਗ ਵਿੱਚ ਰੰਗਿਆ ਜਾਂਦਾ ਨਾ, ਉਦੋਂ ਮਨ ਬਿਲਕੁਲ ਸ਼ਾਂਤ ਹੋ ਜਾਂਦਾ। ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਨਾਮ ਜਪਣ ਵਾਲੇ ਦੀ ਨਿਸ਼ਾਨੀ ਇਹ ਹੈ ਉਹ ਫਾਲਤੂ ਇਹਨਾਂ ਝਗੜਿਆਂ 'ਚ ਆਉਂਦਾ ਹੀ ਕੋਈ ਨਹੀਂ। ਉਹ ਕਹਿੰਦਾ ਆ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾ ਨੇ। ਨਾ ਸੱਚ ਇਹਨਾਂ ਮੁੱਲਾਂ ਵਿੱਚ ਆ, ਕਾਜ਼ੀਆਂ ਵਿੱਚ ਆ, ਨਾ ਸੱਚ ਇਹਨਾਂ ਪੰਡਤਾਂ ਦੇ ਵਿੱਚ ਆ। ਮੈਂ ਬੇਨਤੀ ਕਰਾਂ, ਮੈਂ ਇੱਕ ਗੱਲ ਕਹੀ ਸੀ, ਸ਼ਾਇਦ ਆਪ ਜੀ ਨੂੰ ਯਾਦ ਹੋਵੇ। ਬੜੇ ਸਤਿਕਾਰਯੋਗ ਗੁਰਸਿੱਖ ਨੂੰ ਕਿਸੇ ਨੇ ਪੁੱਛਿਆ ਮੂਲ ਮੰਤਰ ਕਿੱਥੋਂ ਤੱਕ। ਇਹ ਮੈਂ 2-3 ਦਿਨ ਪਹਿਲਾਂ ਵੀ ਕਥਾ ਕਹਿ ਚੁੱਕਾ। ਉਹ ਗੁਰਸਿੱਖ ਨੇ ਆਖਿਆ ਤੂੰ ਲੜਨ ਵਾਸਤੇ ਪੁੱਛਦਾ ਕਿ ਜਪਣ ਵਾਸਤੇ ਪੁੱਛਦਾ। ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਹੈ ਨਾ, ਉਹ ਇਹਨਾਂ ਚੀਜ਼ਾਂ ਵੱਲ ਨਹੀਂ ਜਾਂਦੇ, ਉਹ ਜਪਣ 'ਚ ਲੱਗੇ ਹੁੰਦੇ ਨੇ, ਉਹ ਗੁਰੂ ਦੇ ਪਿਆਰ 'ਚ ਲੱਗੇ ਹੁੰਦੇ। ਉਹ ਕਹਿੰਦੇ ਨੇ ਬਸ ਪੜ੍ਹੀ ਜਾਈਏ, ਜਿਤਨੀ ਵੀ ਬਾਣੀ ਪੜ੍ਹੀਏ ਉਤਨੀ ਹੀ ਥੋੜੀ ਹੈ। ਖੈਰ ਪਿਆਰਿਓ, ਪੁੱਛਣਾ ਜਿਹੜਾ ਹੈ ਕਿਸੇ ਗੁਰਸਿੱਖ ਤੋਂ ਮਾੜਾ ਕੰਮ ਨਹੀਂ, ਪਰ ਕਿਹੜੀ ਭਾਵਨਾ ਨਾਲ ਪੁੱਛਦਾ ਪਿਆ ਬੰਦਾ, ਬਸ ਇਹੀ ਹੈ। ਅੰਦਰ ਭਾਵਨਾ ਨਿਰਮਲ ਹੈ ਤੇ ਫਿਰ ਉਹ ਸਵਾਲ ਵੀ ਨਿਰਮਲ ਹੈ। ਖੈਰ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਝਗੜਾ ਕਰਦੇ ਆ ਉਹਨਾਂ ਨੂੰ ਇੱਕ ਨਹੀਂ ਦਿਸਦਾ। ਜੇ ਇੱਕ ਦਿਸਦਾ ਹੁੰਦਾ, ਉਹ ਝਗੜਾ ਕਿਹਦੇ ਨਾਲ ਕਰਦੇ? ਜਿਹਦੇ ਨੇਤਰਾਂ ਦੇ ਵਿੱਚ ਕੇਵਲ ਇੱਕ ਹੀ ਹੈ ਸਾਰੇ ਪਾਸੇ, ਕਿਹਦੇ ਨਾਲ ਝਗੜੇਗਾ? ਝਗੜਾ ਦੋਵਾਂ ਦਾ ਹੁੰਦਾ ਆ। ਝਗੜਾ ਤਾਂ ਹੋਏਗਾ ਦੋ ਹੋਣਗੇ, ਜਿੱਥੇ ਇੱਕ ਓਂਕਾਰ ਹੈ ਉੱਥੇ ਕਾਹਦਾ ਝਗੜਾ? ਜਬ ਧਾਰੀ ਆਪਨ ਸੁਨ ਸਮਾਦ ਤਾਂ ਬੈਰ ਵਿਰੋਧ ਕਿੱਥੇ ਹੋਣਾ? ਬੈਰ ਵਿਰੋਧ ਫਿਰ ਇਹ ਕੇਵਲ ਰੱਬ ਦੀ ਇਸ ਅਸ਼ਟਪਦੀ ਵਿੱਚ ਬਿਆਨ ਨਹੀਂ ਕੀਤਾ, ਹੈ ਬ੍ਰਹਮ ਗਿਆਨੀ ਸਿੱਖ ਦੇ ਅੰਦਰ ਆ। ਜਿਹਦੇ ਅੰਦਰ ਸੁਨ ਸਮਾਜ ਵਾਲੀ ਅਵਸਥਾ ਨਾ, ਫਿਰ ਉਹ ਇਹਨਾਂ ਗੱਲਾਂ ਵੱਲ ਨਹੀਂ ਜਾਂਦਾ। ਧੰਨ ਗੁਰੂ ਅਰਜਨ ਦੇਵ ਜੀ said God is one. Those people who say, who fight, those people who say the Kafirs don't have Allah in them, those people who say the Malays don't have Ram in them, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੱਚੀ ਮੁੱਚੀ ਉਹਨਾਂ ਨੇ ਰੱਬ ਨੂੰ ਜਾਣਿਆ ਨਹੀਂ। ਜਿਸ ਨੇ ਵੀ ਰੱਬ ਨੂੰ ਜਾਣਿਆ
ਉਸਨੇ ਆਪਣੀ ਜ਼ੁਬਾਨ ਤੋਂ ਰੱਬ ਨੂੰ ਇੱਕ ਹੀ ਕਿਹਾ, ਇੱਕ ਤੋਂ ਬਿਨਾਂ ਹੋਰ ਕੁਝ ਆਖਿਆ ਹੀ ਨਹੀਂ। ਤੇ ਜਿਹੜਾ ਇੱਕ ਤੋਂ ਬਿਨਾਂ ਦੂਜੀ ਗੱਲ ਕਹਿੰਦਾ ਹੈ ਨਾ, ਉਹ ਇਹ ਜਾਣ ਲਓ ਕਿ ਉਹਨੇ ਰੱਬ ਨੂੰ ਜਾਣਿਆ ਹੀ ਨਹੀਂ। ਰੱਬ ਨੂੰ ਉਸ ਨੇ ਜਾਣਿਆ ਜਿਹੜਾ ਇੱਕ ਕਹਿੰਦਾ ਆ, ਜਿਹੜਾ ਦੋ ਕਹਿੰਦਾ ਉਹ ਰੱਬ ਦੇ ਨੇੜੇ ਹੀ ਨਹੀਂ ਆਇਆ। How do you know if someone has tasted God's love? Because they say there is only one. ਇੱਕੋ ਕਹੀਏ ਨਾਨਕਾ, ਦੂਜਾ ਕਾਹੇ ਕੋ, ਦੂਜਾ ਹੈ ਹੀ ਨਹੀਂ। That person who tastes God's love says there is only one. ਜੇ ਰੱਬ ਇੱਕ ਆ, ਮੈਂ ਬੇਨਤੀ ਕਰਾਂ ਉਹਦਾ ਰਸ ਵੀ ਇੱਕੋ ਜਿਹਾ ਪ੍ਰਾਪਤ ਹੁੰਦਾ ਆ। Only that person knows God who says he is one. Those people who say that my God is this, your God is this, ਉਹਨਾਂ ਨੂੰ ਰੱਬ ਦਾ ਪਤਾ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਮੂਰਖ ਝਗੜਾ ਪਾਉਂਦੇ ਪਏ ਨੇ। ਸੁਨਹੁ ਸ਼ਾਹ ਨਿਸ਼ਚੈ ਕਰਹੁ। ਉਸ ਵੇਲੇ ਮਹਾਰਾਜ ਨੇ ਆਖਿਆ, ਜਹਾਂਗੀਰ ਸਾਡੀ ਗੱਲ ਤੇ ਨਿਸ਼ਚਾ ਕਰ, ਤੈਨੂੰ ਇਹ ਪੂਰਾ ਸੱਚ ਦੱਸਦੇ ਹਾਂ ਦੁਨੀਆ ਦਾ। ਏਕੋ ਰਾਮ ਖੁਦਾਇ। ਰਾਮ ਵੀ ਉਸੇ ਅਕਾਲ ਪੁਰਖ ਇੱਕ ਓੰਕਾਰ ਦਾ ਨਾਮ ਹੈ, ਖੁਦਾ ਵੀ ਉਸ ਇੱਕ ਓੰਕਾਰ ਦਾ ਨਾਮ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਕਚਹਿਰੀ ਦੇ ਅੰਦਰ, ਜਿਸ ਕਚਹਿਰੀ ਦੇ ਅੰਦਰ ਨਿਰਾਸਰ ਝੂਠ ਬੋਲਦਾ ਜਾ ਰਹੇ ਸੀ ਲੋਕ, ਉਸ ਕਚਹਿਰੀ ਦੇ ਅੰਦਰ ਸੱਚ ਦੇ ਸੂਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਪਾਸੇ ਚਾਨਣਾ ਬਿਖੇਰ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ, imagine you are standing in the court of someone who can sentence you to death if you disagree with him. ਪਿਆਰਿਓ, ਕਈ ਵਾਰੀ ਅਸੀਂ ਸੁਣਦੇ ਸੋਚਦੇ ਹਾਂ ਜਹਾਂਗੀਰ ਨੇ ਸਵਾਲ ਪੁੱਛਿਆ, ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ। ਇਹ ਉਹ ਮੁਗਲਾਂ ਦਾ ਦਰਬਾਰ ਹੈ ਜਿੱਥੇ ਸਿਰ ਕਲਮ ਹੋ ਸਕਦੇ ਸੀ। ਧੰਨ ਗੁਰੂ ਅਰਜਨ ਦੇਵ ਜੀ ਉਸ ਦਰਬਾਰ ਦੇ ਵਿੱਚ ਜਹਾਂਗੀਰ ਨੂੰ ਸੰਬੋਧਨ ਕਰਕੇ ਕਹਿ ਰਿਹਾ, ਜਹਾਂਗੀਰ ਖੁਦਾ ਵੀ ਉਹੀ ਹੈ ਤੇ ਰਾਮ ਵੀ ਉਹੀ ਹੈ। ਨਿਰਭੈਤਾ ਦੇਖੋ ਗੁਰੂ ਦੀ। See how fearless Guru Arjan Dev Ji is, standing in the middle. ਕੇਵਲ ਉਸ ਵੇਲੇ 5 ਸਿੱਖ ਰਹਿ ਗਏ ਨੇ, ਬਾਕੀ ਦਿਆਂ ਨੂੰ ਬਾਹਰ ਕੱਢਿਆ। only 5 Sikhs are standing there in front of the emperor. ਗੁਰੂ ਜੀ ਕਹਿੰਦੇ ਨੇ ਰਾਮ ਵੀ ਉਹੀ ਹੈ ਤੇ ਖੁਦਾ ਵੀ ਉਹੀ ਹੈ। ਹੁਕਮ ਜਾਣ ਸਾਹਿਬ ਪ੍ਰਭੂ। ਜਿਹੜਾ ਪਰਮੇਸ਼ਰ ਦੇ ਉਸ ਸਾਹਿਬ ਦੇ ਹੁਕਮ ਨੂੰ ਜਾਣਦਾ ਹੈ। ਦੁੱਖ ਸੁਖ ਜਿਮ ਬਨ ਆਏ। ਤੇ ਦੁੱਖ ਸੁੱਖ ਦੇ ਵਿੱਚ, ਭਾਣੇ ਦੇ ਵਿੱਚ ਦੁੱਖ ਸੁੱਖ ਨੂੰ ਮੰਨਦਾ ਹੈ। ਹਰਖਤ ਰਹਿ ਸਦੀਵ ਹੀਏ। ਭਾਵੇਂ ਦੁੱਖ ਆਵੇ ਤੇ ਭਾਵੇਂ ਸੁੱਖ ਆਵੇ, ਜਿਹੜਾ ਸਦਾ ਖੁਸ਼ ਰਹਿੰਦਾ ਆ ਆਪਣੇ ਦਿਲੋਂ। ਦੋਸ਼ ਨਹੀਂ ਅਰ ਪਾਏ। ਤੇ ਇਹ ਨਹੀਂ ਕਹਿੰਦਾ ਰੱਬਾ ਇਹ ਮਾੜਾ ਕੀਤਾ ਆ, ਰੱਬਾ ਤੂੰ ਆਹ ਕੀ ਕਰ ਦਿੱਤਾ। ਜਿਹੜਾ ਦੁੱਖ ਵੇਲੇ ਸੁੱਖ ਵੇਲੇ ਖੁਸ਼ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਮੁੱਖ ਵਾਕ ਆਇਆ ਹੈ ਅੱਜ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨਿਓ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਇਸ ਸਥਾਨ ਤੇ ਗੁਰੂ ਤੇਗ ਬਹਾਦਰ ਦੇਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਅੱਜ ਦਾ ਪ੍ਰਸੰਗ ਕਹਿ ਰਹੇ ਆ, ਉਹਦੀ ਵਿਆਖਿਆ ਕਰ ਗਏ ਨਾ ਅੰਮ੍ਰਿਤ ਵੇਲੇ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬੋਲਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੁਕਮਨਾਮੇ ਨੂੰ ਇਹ ਨਾ ਸਮਝੋ ਕਿ ਕੇਵਲ ਇਹ ਇੱਕ ਰਿਵਾਜ ਹੈ, ਇੱਕ ਰੀਤੀ ਹੈ। ਠਾਕੁਰ ਹਮਰਾ ਸਦ ਬੋਲੰਤਾ, ਸੱਚੇ ਪਾਤਸ਼ਾਹ ਜੀ ਮਹਾਰਾਜ ਬੋਲਦੇ ਪਏ ਨੇ ਜੋ ਅੱਜ ਗੁਰੂ ਅਰਜਨ ਦੇਵ ਜੀ ਇਤਿਹਾਸ ਵਿੱਚ ਕਹਿ ਰਿਹਾ। ਇੰਦੀ ਅੰਮ੍ਰਿਤ ਵੇਲਾ ਹੁਕਮਨਾਮਾ ਗੁਰੂ ਤੇਗ ਬਹਾਦਰ ਸਾਹਿਬ said the same thing, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨਿਓ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਜਿਹੜਾ ਹੁਕਮ ਦੇ ਵਿੱਚ ਦੁੱਖ ਤੇ ਸੁੱਖ ਨੂੰ ਮੰਨਦਾ ਆ, ਜਿਹੜਾ ਗੁਰੂ ਕੇ ਪਿਆਰਿਓ ਇਹ ਸ਼ਬਦ ਕਹਿੰਦਾ ਹੈ, ਕੇਤਿਆਂ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ। ਸੰਪਰਦਾ ਦੇ ਵਿੱਚ ਇਹਦੇ 2 ਪਾਠ ਕਰਾਏ ਜਾਂਦੇ। ਕੇਤਿਆਂ ਦੁੱਖ ਭੂਖ ਸਦ ਮਾਰ, ਜਿਸ ਬੰਦੇ ਨੂੰ ਭੁੱਖ ਦਾ ਵੀ ਸਾਹਮਣਾ ਕਰਨਾ ਪਵੇ, ਦੁੱਖ ਦਾ ਵੀ ਸਾਹਮਣਾ ਕਰੇ ਤੇ ਸਦਾ ਵਾਸਤੇ ਉਹਨੂੰ ਮਾਰ ਵੀ ਝੱਲਣੀ ਪਏ ਤੇ ਫਿਰ ਵੀ ਆਖੇ ਇਹ ਭੇ ਦਾਤ ਤੇਰੀ ਦਾਤਾਰ। ਰੱਬਾ ਸ਼ਿਕਵਾ ਕੋਈ ਨਹੀਂ, ਇਹ ਵੀ ਤੇਰੀ ਦਾਤ ਹੈ। ਦੂਸਰਾ ਇਹਦਾ ਅਰਥ ਸੰਪਰਦਾ ਵਿੱਚ ਕਰਦੇ ਨੇ, ਕੇਤਿਆਂ ਦੁੱਖ ਭੂਖ ਸਦ ਮਾਰ। ਜਦੋਂ ਉਸ ਪਿਆਰੇ ਨੂੰ ਦੁੱਖ ਮਿਲਦਾ ਨਾ, ਭੁੱਖ ਮਿਲਦਾ ਆ, ਜਦੋਂ ਮਾਰ ਪੈਂਦੀ ਹੈ ਨਾ, ਤੇ ਉਹ ਇਹ ਨਹੀਂ ਕਹਿੰਦਾ ਕਿ ਇਹ ਦੁੱਖ ਆ, ਉਹ ਕਹਿੰਦਾ ਮੈਨੂੰ ਰੱਬ ਸਦੜੇ ਦੇ ਰਿਹਾ, ਤੂੰ ਮੇਰੇ ਕੋਲ ਆ। ਦੁੱਖ ਦਾਰੂ ਸੁਖ ਰੋਗ ਪਿਆ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਰੱਬ ਸਦੜੇ ਪਿਆ ਮਾਰਦਾ ਆ। ਇਹ ਭੇ ਦਾਤ ਤੇਰੀ ਦਾਤਾਰ। ਫਿਰ ਕਹਿੰਦਾ ਹਾਂ ਰੱਬਾ ਮੈਂ ਸੁੱਖ ਦੇ ਵਿੱਚ ਤੈਨੂੰ ਭੁਲਾ ਬੈਠਾ ਸੀ, ਦੁੱਖ ਦੇ ਕੇ ਤੂੰ ਮੈਨੂੰ ਆਪਣੇ ਗਲੇ ਨਾਲ ਲਗਾ ਲਿਆ। ਫਿਰ ਇੰਦ ਸੰਪਰਦਾ ਦਾ ਪਾਠ ਜਪਜੀ ਸਾਹਿਬ ਦਾ ਲਾਈਨ, ਕੇਤਿਆਂ ਦੁੱਖ ਭੂਖ ਸਦ ਮਾਰ। ਸਦ ਮਾਰ ਪਹਿਲਾਂ ਪੋਲਾ ਬੋਲਣਾ, ਮੇਨ ਪਾਠ ਮੁੱਖ ਪਾਠ ਪੋਲਾ ਬੋਲ ਕੇ ਸਦਾ ਸਾਧ ਮਾਰ। ਕੇਤਿਆਂ, however many hungers come, however many pain comes, even if a person is continuously beaten,
They say, "Eh pe daat teri daatar," even this is your gift. The second way of reading that, "Ketiyan duk bhuk sad maar." A Gurmukh is that person who, when he is in pain, says, "Vaheguru, I was in happiness and I forgot you. That's why you gave me pain." It's not pain. Sad maar, Rabb mainu sadde pya marda hai. God is calling me close. Sadde de reha. That is your way of calling me close. By giving me pain, you are bringing me closer to you. Khair pyareo, ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਆ, ਜਿਹੜਾ ਰੱਬ ਦੇ ਭਾਣੇ ਨੂੰ ਮੰਨਦਾ ਹੈ, ਦੁੱਖ ਸੁੱਖ ਦੇ ਵਿੱਚ ਇੱਕ ਸਮਾਨ ਰਹਿੰਦਾ ਹੈ, ਰੱਬ ਨੂੰ ਕਦੇ ਦੋਸ਼ ਨਹੀਂ ਦਿੰਦਾ। ਸਤਨਾਮ ਕੋ ਸਿਮਰਨੋ, ਹਰ ਵੇਲੇ ਵਾਹਿਗੁਰੂ 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 ਉਸ ਸਤਨਾਮ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ, ਤਿਆਗਨ ਤਨ ਅਭਿਆਸ, ਤੇ ਆਪਣੇ ਸਰੀਰ ਨਾਲ ਮੋਹ ਨਹੀਂ ਕਰਦਾ ਹੈ, ਦੇਹ ਅਧਿਆਸ ਤੋਂ ਉੱਚੀਆਂ ਉੱਠ ਖੜਦਾ ਹੈ। ਤਿੰਨਹੁ ਤੇ ਪ੍ਰਭ ਕੋ ਮਿਲ ਹੈ। ਕਹਿੰਦੇ ਰੱਬ ਨੂੰ ਮਿਲਣ ਦਾ ਰਸਤਾ ਇਹ ਹੈ। ਜਦੋਂ ਭਾਈ ਮਨਸੁਖ ਜੀ ਚੱਲ ਕੇ ਆਏ ਸੀ ਨਾ, ਉਹਨਾਂ ਨੂੰ ਵੀ ਧੰਨ ਗੁਰੂ ਨਾਨਕ ਦੇਵ ਜੀ ਨੇ ਇਹੀ ਬਚਨ ਕੀਤੀ ਸੀ, ਹਉਮੈ ਤਜਣ ਨਾਮ ਲਿਵ ਲਾਵਣ ਭਾਣਾ ਮੰਨਣ ਪੰਥ ਏਉ ਪਾਵਨ। ਇਹ ਗੁਰਪ੍ਰਤਾਪ ਨਾਨਕ ਪ੍ਰਕਾਸ਼ ਦੇ ਅੰਦਰ ਇਹ ਬਚਨ ਆਉਂਦੇ ਨੇ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ। ਇਹ ਗੁਰੂ ਦਾ ਉਪਦੇਸ਼ ਹੀ ਇਹ ਹੈ। There are three things, just like you've learned the rules, ਨਾਮ ਜਪਣਾ, ਕਿਰਤ ਕਰਨਾ, ਵੰਡ ਕੇ ਛਕਣਾ ਨਾ, these are three golden rules as well. The first golden rule is to accept everything as a gift of God, whether it is pain, whether it is happiness, whether it is hunger, or whether it is having enough to eat. That is all a gift of God. The second thing, ਧੰਨ ਗੁਰੂ ਅਰਜਨ ਦੇਵ ਜੀ Maharaj is saying, is to always keep God's name upon your tongue. Always keep God in your heart. The third thing, ਧੰਨ ਗੁਰੂ ਅਰਜਨ ਦੇਵ ਜੀ Maharaj says, give up loving your body, instead love your soul. ਆਪਣੇ ਸਰੀਰ ਨੂੰ ਨਾ ਪਿਆਰ ਕਰ, ਆਪਣੀ ਆਤਮਾ ਨੂੰ ਪਿਆਰ ਕਰ। ਪਹਿਲਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੁੱਖ ਸੁੱਖ ਨੂੰ ਸਮਾਨ ਸਮਝਣਾ। ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਦੇ ਵਿੱਚ ਸੁਰਤੀ ਜੋੜਨੀ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਸਰੀਰ ਦੇ ਮੋਹ ਨੂੰ ਛੱਡ ਕੇ ਆਪਣੀ ਆਤਮਾ ਦਾ ਖਿਆਲ ਕਰਦਾ ਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਰੱਬ ਦਾ ਰਾਹ ਹੀ ਇਹ ਆ। ਇਹੀ ਰੱਬ ਦਾ ਰਾਹ ਹੈ, ਇਹੀ ਰੱਬ ਦਾ ਰਸਤਾ ਹੈ, ਇਹੀ ਪ੍ਰਮਾਤਮਾ ਨੂੰ ਮਿਲਣ ਦਾ ਰਾਹ ਹੈ। ਹੋਏ ਬ੍ਰਹਮ ਗਿਆਨ ਪ੍ਰਕਾਸ਼, ਮਹਾਰਾਜ ਜੀ ਕਹਿੰਦੇ ਨੇ ਉਸ ਦੇ ਉੱਤੇ ਬ੍ਰਹਮ ਗਿਆਨ ਦੀ ਇਹ ਬਖਸ਼ਿਸ਼ ਹੋ ਜਾਂਦੀ ਹੈ। ਹਿੰਦੂ ਹੋਏ ਕਹਿ ਤੁਰਕ ਹੋਏ। ਮਹਾਰਾਜ ਜੀ ਬੜੇ ਖੁੱਲੇ ਬਚਨ, ਸੱਚੇ ਪਾਤਸ਼ਾਹ ਜੀ, ਸਭੇ ਸਾਂਝੀ ਵਾਲ ਸਦਾਇਨ ਤੂੰ ਕੋਈ ਨਾ ਦਿਸੈ ਵਾਰਾ ਜੀ। ਉਹ ਜਿਹਨੂੰ ਘੱਟ ਘੱਟ ਦੇ ਵਿੱਚ ਇੱਕ ਦਿਸਦਾ ਹੈ, ਉਹਦੇ ਵਾਸਤੇ ਹੋਰ ਕੋਈ ਹੈ ਹੀ। ਮਹਾਰਾਜ ਜੀ ਕਹਿੰਦੇ ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ, ਤਿੰਨਹੁ ਜਿਨਹੁ ਕਮਾਏ, ਭਾਵੇਂ ਹਿੰਦੂ ਕਮਾ ਲੈ ਭਾਵੇਂ ਮੁਸਲਮਾਨ ਕਮਾ ਲੈ, ਇਹਨਾਂ ਤਿੰਨ ਬਚਨਾਂ ਨੂੰ ਪਾਰ ਪਰੇ ਭਵ ਸਿੰਧ ਤੇ, ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਏਗਾ। ਜਨਮ ਕਲੇਸ਼ ਮਿਟਾਏ, ਉਹ ਜਨਮਾਂ ਦੇ ਉਹਦੇ ਜਿਹੜੇ ਕਲੇਸ਼ ਆ, ਇਹ ਪੰਜ ਜਿਹੜੇ ਸੂਖਮ ਸਰੀਰ ਦੇ ਕਲੇਸ਼ ਆ, ਦੋ ਜਿਹੜੇ ਅਸਥੂਲ ਸਰੀਰ ਦੇ ਕਲੇਸ਼ ਆ। ਸਥੂਲ ਸਰੀਰ ਦੇ ਕਲੇਸ਼ ਆਪਾਂ ਜਾਣਦੇ ਹਾਂ, ਕਥਾ ਵਿੱਚ ਕਈ ਵਾਰੀ ਹੁਣ ਆ ਚੁੱਕਾ ਹੈ, ਭੁੱਖ ਤੇ ਨੀਂਦ। ਤੇ ਜਿਹੜੇ ਸਥੂਲ ਸਰੀਰ ਦੇ ਕਲੇਸ਼ ਹੈ, ਇਹ ਵੀ ਆਪਾਂ ਸੁਖਮਨੀ ਸਾਹਿਬ ਜੀ ਦੀ ਕਥਾ ਦੇ ਵਿੱਚ ਤੇ ਰਾਤ ਦੀ ਕਥਾ ਵਿੱਚ ਸੁਣ ਚੁੱਕੇ ਹਾਂ। ਕਲੇਸ਼ ਦੇ ਵੈਸੇ ਸਿੱਧੇ ਅਰਥ ਸਮਝ ਲਈਏ, ਜਿਹੜਾ ਦੁੱਖ ਬੰਦੇ ਨੂੰ ਚਿੰਬੜ ਜਾਏ ਉਹਨੂੰ ਕਲੇਸ਼ ਕਹਿੰਦੇ ਆ। ਇਤਨਾ ਸਮਝ ਲਈਏ ਬੜਾ ਆਸਾਨ ਰਹੇਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿੰਨੇ ਵੀ ਦੁੱਖ ਤੈਨੂੰ ਚਿੰਬੜ ਕੇ ਬੈਠੇ ਆ ਬੰਦਿਆ, ਇਹਨਾਂ ਤਿੰਨਾਂ ਉਪਦੇਸ਼ਾਂ ਨੂੰ ਕਮਾ ਲੈ, ਸਾਰੇ ਕਲੇਸ਼ ਦੂਰ ਹੋ ਜਾਣਗੇ। Every pain which is grabbing onto you, if you remember these three things, stop loving your body, love your soul, accept pain and happiness as a gift of God. Thirdly, remember God in your heart. Dhan Guru Arjan Dev Ji Maharaj says you will see God, you will feel God, you will experience God, you will be blessed with Brahma Gyan. ਹਿਮ ਸਤਿਗੁਰ ਕੇ ਕਹਿਤ ਬਚ, ਸੱਚੇ ਪਾਤਸ਼ਾਹ ਜੀ ਨੇ ਐਸੇ ਮਨੋਹਰ ਬਚਨ ਕੀਤੇ ਹਨ। ਨਵ ਪਸ਼ਚਮ ਅਸਤਾਏ, ਤੇ ਉਹ ਦੂਜੇ ਪਿਆਰਿਓ ਗੁਰੂ ਕੇ ਸਵਾਰਿਓ, ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਰਹੇ ਨੇ। ਤੇ ਅਸਮਾਨ ਦੇ ਵਿੱਚ ਜਿਹੜਾ ਸੂਰਜ ਆ, ਉਹ ਸ਼ਾਮਾਂ ਢਲਦੀਆਂ ਪਈਆਂ ਨੇ, ਕਵੀ ਜੀ ਦੱਸਦੇ ਹਨ। ਸੰਧਿਆ ਲੱਖ ਕਰ ਸ਼ਾਹ ਤਬ, ਸੰਧਿਆ ਦਾ ਵੇਲਾ ਹੋ ਗਿਆ ਤੇ ਜਹਾਂਗੀਰ ਨੇ ਜਾਣ ਲਿਆ। ਕਰੇ ਵਿਸਰਜਨ ਤੇ ਗਾਏ, ਫਿਰ ਉਸ ਵੇਲੇ ਦਰਬਾਰ ਦੀ ਦੀਵਾਨ ਦੀ ਸਮਾਪਤੀ ਕੀਤੀ ਹੈ। At that time Jahangir sees that the sun is now falling in the sky and he ends his call at that time. ਗੁਰੂ ਕੇ ਪਿਆਰਿਓ,
ਭਾਵੇਂ ਕਵੀ ਜੀ ਨੇ ਇੱਥੇ ਇਤਨਾ ਕੁ ਦੱਸਿਆ ਹੈ, ਪਰ ਗਿਆਨੀ ਗਿਆਨ ਸਿੰਘ ਜੀ ਆਪਣੇ ਪੰਥ ਪ੍ਰਕਾਸ਼ ਦੇ ਤਵਾਰੀਖ ਦੇ ਵਿੱਚ ਦੱਸਦੇ ਹਨ, ਕਹਿੰਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ਼ਬਦ ਉਚਾਰਿਆ ਨਾ, ਫਿਰ ਜਹਾਂਗੀਰ ਨੇ ਕੁਝ ਆਪਣੇ ਵੱਲੋਂ ਵੀ ਆਖਿਆ ਸੀ। ਗਿਆਨੀ ਗਿਆਨ ਸਿੰਘ says in his works, he says that when Guru Arjan Dev Ji sang this ਸ਼ਬਦ, after that ਜਹਾਂਗੀਰ ਨੇ ਆਖਿਆ, ਅਸੀਂ ਸੁਣਿਆ ਆ ਕਿ ਤੁਸੀਂ ਇਸਲਾਮ ਦੀ ਨਿੰਦਿਆ ਕੀਤੀ ਹੈ, ਤੁਸੀਂ ਮੁਸਲਮਾਨਾਂ ਬਾਰੇ ਭੈੜਾ ਲਿਖਿਆ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਸੱਚੀ ਗੱਲ ਹੈ, ਤੈਨੂੰ ਕਿਸੇ ਨੇ ਬਾਣੀ ਪੜ੍ਹ ਕੇ ਨਹੀਂ ਸੁਣਾਈ, ਕੇਵਲ ਚੁਗਲੀਆਂ ਸੁਣਾਈਆਂ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਇਹ ਬਾਣੀ ਕਹਿ ਰਹੀ ਹੈ, ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਅੱਲਾ ਦੀ ਕਰ ਬੰਦਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਆ। अव्वल अल्लाह नूर उपाया कुदरत के सब बंदे, एक नूर ते सब जग उपजया, कौन भले को मंदे। धन गुरु अर्जन देव जी ने जो आ तुका सुनाइया ते जहांगीर दियां सारियां गल्लां जिहड़ियां एकदम मुक गईयां, ਉਹਦੇ ਕੋਲੋਂ बोलिया नहीं गया। फिर वो कहंदा कि मुहम्मद साहब दे नां नूं दर्ज करो। धन गुरु अर्जन देव जी महाराज कहंदे, तुरकी बाणी है, इत्थे तेरे कहे ते किसी दा नां भी दर्ज नहीं होना। ਉਹਨੇ ਆਖਿਆ ਕਿ ਸੰਮਤ ਲਿਖ ਦਿਓ ਕਿ ਫਲਾਨਾ ਸਨ ਸੀ, ਜਹਾਂਗੀਰ ਬਾਦਸ਼ਾਹ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਵੇਲੇ ਗੱਜ ਕੇ ਇਹ ਗੱਲ ਆਖੀ ਸੀ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਸ ਬਾਣੀ ਵਿੱਚ ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਜੀ ਦਾ ਨਾਮ ਆਵੇਗਾ। ਇਸ ਬਾਣੀ ਅੰਦਰ ਸਤਿਕਾਰਯੋਗ ਭਗਤ ਰਵਿਦਾਸ ਜੀ ਦਾ ਨਾਮ ਆਵੇਗਾ। ਇਸ ਬਾਣੀ ਅੰਦਰ ਸਾਰਿਆਂ ਵਿੱਚ ਗੋਬਿੰਦ ਨੂੰ ਦੇਖਣ ਵਾਲੇ ਨਾਮਦੇਵ ਜੀ ਦਾ ਨਾਮ ਆਵੇਗਾ। ਇਹ ਸਾਡੇ ਵਾਸਤੇ ਰਾਜੇ ਨੇ, ਇਹ ਸਾਡੇ ਵਾਸਤੇ ਪਾਤਸ਼ਾਹ ਨੇ, ਇਹ ਸਾਡੇ ਵਾਸਤੇ ਸਤਿਕਾਰਯੋਗ ਆ। ਤੇਰੇ ਵਰਗੇ ਕੂੜੇ ਬਾਦਸ਼ਾਹ ਦਾ ਨਾਂ ਕਦੇ ਵੀ ਨਹੀਂ ਇਸ ਗ੍ਰੰਥ ਵਿੱਚ ਲਿਖਿਆ ਜਾ ਸਕਦਾ। ਇਹ ਧੰਨ ਗੁਰੂ ਅਰਜਨ ਦੇਵ ਜੀ ਨੇ ਕੋਰਾ ਜਵਾਬ ਇੱਕਦਮ, ਸੱਚੇ ਪਾਤਸ਼ਾਹ ਜੀ ਨੇ ਸ਼ੇਰ ਵਾਲੀ ਭਬਕਾਰ ਜਿਹੜੀ ਆ ਜਹਾਂਗੀਰ ਦੇ ਦਰਬਾਰ 'ਚ, ਉਸ ਵੇਲੇ ਸਾਰੇ ਹੈਰਾਨ ਰਹਿ ਗਏ। ਬਾਦਸ਼ਾਹ ਦੇ ਸਾਹਮਣੇ ਇਤਨਾ ਬੇਬਾਕ ਹੋ ਕੇ, इतने बेपरवाह होके, इतने सच दे रंग विच रंगे। धन गुरु अर्जन देव जी महाराज रोड लाइक अ लायन। जहांगीर said, your granth, inside they have written against Islam. Inside Guru Granth Sahib there are things slandering Islam. Guru Arjan Dev Ji Maharaj says, you've never read Guru Granth Sahib. Guru Granth Sahib says, Musliman moom dil hove. A true Muslim is not someone full of hate. A true Muslim is not someone full of violence. A true Muslim is someone who sees someone else in trouble and his heart melts like wax. That is what Guru Granth Sahib Ji says. Tan Guru Granth Sahib Ji Maharaj says, to a Muslim, you must do your namaz. Be namaza kuttya ena phali reet, kab hi chalna ayo panje waqt masjid. Tan Guru Granth Sahib Ji Maharaj te, when he heard this, Jahangir, then he said, write my name in the Granth. ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੇਰਾ ਨਾਮ ਲਿਖ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜਿਨ੍ਹਾਂ ਨੂੰ ਅਸੀਂ ਰਾਜੇ ਸਮਝਦੇ ਸੀ, ਉਹਨਾਂ ਦੇ ਨਾਂ ਅਸੀਂ ਲਿਖ ਲਏ। I've already put the names of kings in. Which ਰਾਜੇ, which kings? ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਪੀਪਾ ਜੀ, ਭਗਤ ਪਰਮਾਨੰਦ ਜੀ, ਭਗਤ ਧੰਨਾ ਜੀ, ਜਿਨ੍ਹਾਂ ਨੂੰ ਅਸੀਂ ਰਾਜੇ ਮੰਨਦੇ ਹਾਂ, ਉਹਨਾਂ ਦੇ ਨਾਮ ਅਸੀਂ ਪਹਿਲਾਂ ਦਰਜ ਕਰ ਲਏ ਹਨ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਜਵਾਬ ਦਿੱਤਾ, ਉਸ ਵੇਲੇ ਗੁਰੂ ਕੇ ਪਿਆਰਿਓ, ਜਹਾਂਗੀਰ ਜਿਹੜਾ ਹੈ ਉਹ ਇੱਕਦਮ ਲਾਲ ਹੋ ਗਿਆ ਹੈ। ਤੋਸਬ ਦੀ ਅੱਗ ਵਿੱਚ ਹੋਰ ਉਹ ਜਿਹੜਾ ਅੰਦਰੋਂ ਮੱਚ ਉੱਠਾ ਹੈ। ਉੱਠੇ ਗੁਰੂ ਨਿਕਸੇ ਵਹਿਰ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਵੇਲੇ ਸੱਚੇ ਪਾਤਸ਼ਾਹ ਜੀ ਉੱਠ ਕੇ ਤੇ ਬਾਹਰ ਜਾਂਦੇ ਨੇ ਜਹਾਂਗੀਰ ਦੇ ਦਰਬਾਰ ਚੋਂ। Maharaj ji gets up and walks out of the court of Jahangir. ਚੰਦੂ ਅਵਸਰ ਪਾਏ। ਉਸ ਵੇਲੇ ਚੰਦੂ ਨੇ ਆਪਣਾ ਮੌਕਾ ਜਿਹੜਾ ਉਹ ਤਾੜ ਲਿਆ ਹੈ। ਮੈਂ ਲੈ ਜਾਵੋ ਨਿਜ ਸਦਨ। ਉਹ ਕਹਿੰਦਾ ਕਿ ਮੈਂ ਲੈ ਕੇ ਜਾਊਂਗਾ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ। ਰਾਖੋ ਸੇਵ ਕਰਾਏ। ਤੇ ਮੈਂ ਸੱਚੇ ਪਾਤਸ਼ਾਹ ਜੀ ਨੂੰ ਰੱਖ ਕੇ ਸੇਵਾ ਕਰਾਂਗਾ। ਸਮਝਾਵੋ ਸਭ ਬਾਰਤਾ। ਮੈਂ ਸਭ ਕੁਝ ਸਮਝਾਵਾਂਗਾ ਗੁਰੂ ਸਾਹਿਬ ਨੂੰ। ਤੁਮਰੀ ਦਿਸ਼ਤੇ ਹੋ। ਤੁਹਾਡਾ ਪੱਖ ਮੈਂ ਸਾਰਾ ਗੁਰੂ ਸਾਹਿਬ ਜੀ ਦੇ ਸਾਹਮਣੇ ਰੱਖਾਂਗਾ ਕਿ ਦੇਖੋ ਗੁਰੂ ਸਾਹਿਬ ਜੀ ਮੰਨ ਜਾਓ। ਮੁਹੰਮਦ ਸਾਹਿਬ ਜੀ ਦਾ ਨਾਮ ਲਿਖ ਲਓ, ਜਹਾਂਗੀਰ ਦਾ ਨਾਮ ਲਿਖ ਲਓ, ਵਿੱਚ ਉਹਨਾਂ ਦੀ ਉਸਤਤ ਕਰ ਦਿਓ। ਆਪ ਜੀ 2 ਲੱਖ ਰੁਪਈਆ ਜਿਹੜਾ ਉਹ ਜਮ੍ਹਾਂ ਕਰ ਦਿਓ। ਆਪ ਜੀ ਜਿਨ੍ਹਾਂ ਨੇ
ਖੁਸਰੋ ਦੀ ਇਹ ਮਦਦ ਕੀਤੀ, ਉਹਦੇ ਵਾਸਤੇ ਪਛਤਾਤਾਪ ਕਰੋ। ਲਿਓ 2 ਲੱਖ ਸੁਖੇਨ ਹੀ, ਮੈਂ 2 ਲੱਖ ਜਿਹੜੇ ਆ ਬੜੇ ਸੌਕੇ ਹੀ ਗੁਰੂ ਪਾਤਸ਼ਾਹ ਜੀ ਤੋਂ ਲੈ ਲਵਾਂਗਾ, ਰਾਖੈ ਨ ਤਸਕਰ ਤੇ ਕੋਈ। ਮੈਂ ਉਸ ਵੇਲੇ ਆਖਾਂਗਾ ਕਿ ਤੁਸੀਂ ਆਪਣੇ ਕੋਲ ਕੋਈ ਚੋਰ ਨਾ ਰੱਖਣਾ ਕਰੋ। ਇਸ ਤਰ੍ਹਾਂ ਚੰਦੂ ਕਹਿ ਰਿਹਾ ਜਹਾਂਗੀਰ ਨੂੰ। ਚੰਦੂ says, Guru Sahib ji walks outside after roaring like a lion, shaking the whole court of Jahangir. Jahangir goes red. Chandu says, Emperor, send the Guru to my house. In my house, I will force the Guru to accept what you say. ਖੈਰ ਪਿਆਰਿਓ, ਕੱਲ ਦੇ ਦੀਵਾਨ ਵਿੱਚ ਸੱਚੇ ਪਾਤਸ਼ਾਹ ਜੀ ਚੰਦੂ ਦੇ ਘਰ ਜਾਣਗੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਹੁਣ ਇਹ ਤਸ਼ੱਦਦ ਸੱਚੇ ਪਾਤਸ਼ਾਹ ਜੀ ਉੱਤੇ ਸਿੱਖਾਂ ਨੂੰ ਭੁੱਖਣ ਭਾਣੇ ਰੱਖਣਾ, ਬਾਬਾ ਬਿਧੀ ਚੰਦ ਵਰਗੇ ਬਹਾਦਰਾਂ ਨੂੰ ਇਹਨਾਂ ਨੇ ਰੱਸੀਆਂ ਦੇ ਵਿੱਚ ਨੂੜ ਕੇ ਬੰਨ੍ਹ ਕੇ ਰੱਖਿਆ ਹੈ। ਇਹ ਕੱਲ ਦੇ ਪਰਸੋਂ ਚੌਥ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਰੋਜ਼ ਥੋੜਾ ਥੋੜਾ ਸਮਾਂ ਆਪਾਂ ਵੱਧ ਲਾਵਾਂਗੇ। ਭਾਵੇਂ ਪ੍ਰਬੰਧਕਾਂ ਨੇ ਮੈਨੂੰ 9 ਵਜੇ ਤੱਕ ਦਾ ਸਮਾਂ ਦਿੱਤਾ ਸੀ, ਪਰ ਮੈਂ ਆਪ ਹੀ 1 ਘੰਟੇ ਤੇ ਸਮਾਪਤੀ ਕਰਦਾ ਹਾਂ ਵੀ ਮੈਂ ਗੱਲ ਜਿਹੜੀ ਕਲੀਅਰ ਕਰ ਦਿਆਂ। ਮੈਨੂੰ ਕਹਿੰਦੇ ਤੁਸੀਂ ਵੱਧ ਲਾ ਲਿਓ। ਮੈਂ ਕਿਹਾ ਸੰਗਤ ਜਿਹੜੀ ਉਹ ਕੰਮਾਂ ਕਾਰਾਂ ਵਾਲੀ ਹੈ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਆਪ ਜੀ ਅੰਮ੍ਰਿਤ ਵੇਲੇ ਤੋਂ ਵੀ ਇੱਥੇ ਜੁੜਦੇ ਹੋ। ਇਸ ਸਥਾਨ ਤੇ ਬੜੀ ਕਿਰਪਾ ਆ। ਕੇਵਲ ਇਹ ਜ਼ੁਬਾਨੀ ਕਲਾਮੀ ਨਹੀਂ, 2 ਵਜੇ ਸਿਮਰਨ ਦੇ ਵਿੱਚ ਜਪ ਦੇ ਵਿੱਚ ਜੁੜਨਾ ਹੈ, ਮਹਾਰਾਜ ਦੀ ਰਹਿਮਤ ਹੈ। ਇਸ ਕਰਕੇ ਆਪਾਂ ਸਮਾਪਤੀ ਪਹਿਲਾਂ ਹੀ ਕਰਦੇ ਆ ਰਹੇ ਹਾਂ। ਪਰ ਕੱਲ ਪਰਸੋਂ ਚੌਥ ਜਿਤਨਾ ਵੀ ਮਹਾਰਾਜ ਨੇ ਸਮਾਂ ਬਖਸ਼ਿਆ, ਇਹ ਸ਼ਨਿਚਰਵਾਰ ਤੱਕ ਇਤਿਹਾਸ ਚੱਲਣਾ ਹੈ। ਇਸ ਕਰਕੇ ਥੋੜਾ 5 10 ਮਿੰਟ ਸ਼ਾਇਦ ਵੱਧ ਲੱਗਣਗੇ। ਮੈਨੂੰ ਪਲੀਜ਼ ਮਾਫ ਕਰ ਦਿਓ, ਭਾਵੇਂ ਮੇਰੇ ਸਮੇਂ ਦੇ ਵਿੱਚ ਹੀ ਹੈ, ਪਰ ਫਿਰ ਵੀ ਆਪ ਜੀ ਨੂੰ ਸੂਚਿਤ ਕਰ ਦਈਏ ਕਿ ਥੋੜਾ 5-10 ਮਿੰਟ ਦਾ ਸਮਾਂ ਥੋੜਾ ਵੱਧ ਲੱਗ ਸਕਦਾ ਹੈ। ਪਰ ਮੇਰੇ ਦਿਲ ਵਿੱਚ ਹੈ ਕਿ ਹੁਣ ਉਹ ਸਮਾਂ ਆ ਰਿਹਾ ਜਿਸ ਸਮੇਂ ਦੇ ਵਿੱਚ ਕੁਰਬਾਨੀ ਦਾ ਮਹਿਲ ਉਸਾਰਨ ਵਾਲੇ ਨੇ ਗੁਰੂ ਅਰਜਨ ਦੇਵ ਜੀ ਆਪਣਾ ਖੂਨ ਡੋਲ ਕੇ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਆਪਾਂ ਬਿਤਾਉਣਾ ਕਰੀਏ। Every day, let us now in these days where Guru Ji Shahidi comes up, every day remember the Guru from the bottom of our heart. In the next few days, I will be taking a few minutes over 8:45, even though I've been given up till 9 by the committee of the Gurdwara Sahib, the Sevadars. I still finish a little bit early, but I'll be finishing 10 to 9, sometimes 5 to 9 in the next few days. ਆਓ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਉੱਤੇ ਸੀਸ ਰੱਖੀਏ। ਸੱਚੇ ਪਾਤਸ਼ਾਹ ਆਪਣਾ ਖੂਨ ਡੋਲ ਕੇ ਤੇ ਸਾਡੇ ਸਿਰਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ। ਆਪਣਾ ਖੂਨ ਡੋਲ ਕੇ ਉਹ ਮਹਿਲ ਉਸਾਰਿਆ ਜਿਸ ਮਹਿਲ ਦੇ ਅੰਦਰ ਆਪਾਂ ਅੱਜ ਸਾਰੇ ਸੁੱਖ ਲੈ ਰਹੇ ਹਾਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਯਾਦ ਵਿੱਚ ਇਹ ਘੜੀਆਂ ਬਿਤਾਵਣਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਦਾ ਸ਼ਬਦ ਪੜ੍ਹਦੇ ਹਾਂ ਜੀ। ਸਮਝਾਵੋ ਸਭ ਬਾਰਤਾ ਤੁਮਰੀ ਦਿਸ਼ਤੇ ਹੋਏ, ਲਿਓ 2 ਲੱਖ ਸੁਖੈਨੀ, ਰਖੈ ਨ ਤਸਕਰ ਕੋਏ। हे गोविंद हे गोपाल हे दयाल लाल, प्राणनाथ अनाथ सखे, दीन दर्द निवार। हे सम्राट अगम पूरन, मोहे माया तार। अंधकूप महापयान, नानक पार उतार। आए प्रभ शरणागति, कृपा निध दयाल। एक अखर हर मन बस्त, नानक होत निहाल। कथा निता व्रत होत है, सुन हो सिंह सुजान। नानक गुरु गोबिंद सिंह जी, सदा करत कल्याण। नानक गुरु गोबिंद सिंह जी, सदा करत कल्याण। एक मैं बेनती करदियां, ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦੀ ਸਾਕਾ ਆ ਰਿਹਾ। ਜਿਹੜੀਆਂ ਸੰਗਤਾਂ ਘਰਾਂ 'ਚ ਬੈਠੀਆਂ ਸੁਣਦੀਆਂ, ਆਓ ਗੁਰੂ ਅਰਜਨ ਦੇਵ ਜੀ ਦੀ ਗੋਦ ਦੇ ਵਿੱਚ ਬੈਠੀਏ। ਬਾਪੂ ਦੇ ਗੋਦ ਵਿੱਚ ਬਹਿਣ ਵਾਲਾ ਰੰਗ ਕਿਤੇ ਮਿਲ ਨਹੀਂ ਸਕਦਾ। ਹਾਂ, ਘਰਾਂ 'ਚ ਬੈਠੇ ਕੀਰਤਨ ਸੁਣੋ, ਕਥਾ ਸੁਣੋ, ਇਹ ਬੜੇ ਭਾਗਾਂ ਦੀ ਨਿਸ਼ਾਨੀ ਹੈ। ਪਰ ਆਓ ਕੁਝ ਕੁ ਦਿਨ ਸ਼ਹੀਦੀ ਦੇ ਨੇ, ਕੁਝ ਦਿਨ ਤੇ ਬਾਪੂ ਦੀ ਗੋਦ ਵਿੱਚ ਬੈਠ ਕੇ ਉਹਦੇ ਸ਼ਹੀਦੀ ਬਾਰੇ ਸੁਣ ਲਈਏ। ਇਹ ਖਾਸ ਕਰਕੇ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਕਰਕੇ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚਦੀ ਹੈ, ਇਹ ਕੁਝ ਕੁ ਦਿਨ ਨੇ ਸ਼ਹੀਦੀ ਦੇ, ਉਹ ਆਪਾਂ ਰਲ ਮਿਲ ਕੇ ਸ਼ਹਾਦਤ ਦਾ ਪ੍ਰਸੰਗ ਸਾਰਿਆਂ ਨੇ ਸਰਵਣ ਕਰਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਫਤਿਹ ਗਜਾਓ, ਗੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।